ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 8ਵੀਂ ਦੇ ਪਾਠ ਨੰਬਰ 5 ਮਾਈਕਰੋਸਾਫਟ ਪਾਵਰਪੁਆਇੰਟ ਭਾਗ 2 ਲੈ ਕੇ ਹਾਜ਼ਰ ਹੋਏ ਹਾਂ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਮਾਈਕਰੋਸਾਫਟ ਪਾਵਰਪੁਆਇੰਟ ਦੇ ਅਗਲੇ ਭਾਗ ਬਾਰੇ ਜਾਣਾਂਗੇ। ਸੋ ਸਭ ਤੋਂ ਪਹਿਲਾਂ ਸਾਡੇ ਕੋਲ ਇਸ ਪਾਠ ਦੇ ਮੁੱਖ ਉਦੇਸ਼ ਹਨ, ਜਿਸ ਵਿੱਚ ਪਹਿਲਾ ਟੌਪਿਕ ਹੈ ਇੱਕ ਨਵੀਂ ਖਾਲੀ ਪ੍ਰੈਜੈਂਟੇਸ਼ਨ ਕਿਵੇਂ ਤਿਆਰ ਕਰਨੀ ਹੈ। दूसरा, नवी स्लाइड दाखिल करना। तीसरा, स्लाइड की दिख किवें बदलनी है। चौथा, स्लाइड विच कंटेंट दाखिल करना। पंजवां, स्लाइड नूं व्यू करन दीआं ऑप्शन। अते अखीर विच असीं इस पाठ का अभ्यास करांगे। तो सब तो पहला असीं इस पाठ विच इह पढ़ांगे भी असीं एक नवीं खाली प्रैजेंटेशन किवें तैयार करनी है। सो जदों भी असीं माइक्रोसॉफ्ट पावरपॉइंट प्रैजेंटेशन नूं खोलदे हां तो साडी स्क्रीन ते एक सिंगल स्लाइड दे नाल एक नवीं प्रैजेंटेशन नज़र आती है, जिवें कि तुसीं सज्जे पासे चित्र भी देख पा रहे हो, जिस विच एक टाइटल अते सब टाइटल टैक्सट स्लाइड विच नज़र आउंदे हन। जेकर सानूं कोई खाली नवीं प्रैजेंटेशन चाहिदी होवे तां असीं हेठ लिखे तरीके राहीं स्लाइड दाखिल कर सकते हैं। सब तो पहलां फाइल टैब ते क्लिक करो, उस तो बाद न्यू ऑप्शन उपर क्लिक करो, उस तो बाद ब्लैंक प्रैजेंटेशन उपर क्लिक करो, उस तो बाद क्रिएट बटन तुहानूं नज़र आएगा। क्रिएट बटन पर क्लिक करो ਜਾਂ अपने कीबोर्ड तो तुसीं Ctrl+N की ਦੀ ਵਰਤੋਂ ਕਰਦੇ ਹੋਏ ਵੀ ਤੁਸੀਂ ਨਵੀਂ ਖਾਲੀ ਪ੍ਰੈਜੈਂਟੇਸ਼ਨ ਸ਼ਾਮਲ ਕਰ ਸਕਦੇ ਹੋ। ਜਿਹੜਾ ਟਾਸਕ ਬਾਰ ਤੇ ਨਜ਼ਰ ਆ ਰਹੇ ਸਰਚ ਬਟਨ ਤੇ ਪਾਵਰਪੁਆਇੰਟ ਐਪਲੀਕੇਸ਼ਨ ਖੋਲ੍ਹਣ ਲਈ ਦਾ ਸ਼ਾਰਟਕਟ ਪਾਵਰ PNT ਟਾਈਪ ਕਰਾਂਗੇ। ਜਿਵੇਂ ਦੇਖ ਪਾ ਰਹੇ ਹੋ, ਪਾਵਰ PNT ਟਾਈਪ ਕਰਨ ਤੋਂ ਬਾਅਦ ਲਿਸਟ ਵਿੱਚ ਅਸੀਂ ਪਾਵਰਪੁਆਇੰਟ ਐਪਲੀਕੇਸ਼ਨ ਨੂੰ ਸਿਲੈਕਟ ਕਰਾਂਗੇ। ਤੁਸੀਂ ਦੇਖ ਪਾ ਰਹੇ ਹੋ ਪਾਵਰਪੁਆਇੰਟ ਦਾ ਜਿਹੜਾ ਸਟਾਰਟਅਪ ਜਿਹੜਾ ਇੰਟਰਫੇਸ ਆ ਕੁਝ ਇਸ ਤਰ੍ਹਾਂ ਦੇ ਨਾਲ ਨਜ਼ਰ ਆਵੇਗਾ। ਇਸ ਵਿੱਚ ਤੁਸੀਂ ਨਿਊ ਬਟਨ ਤੇ ਕਲਿੱਕ ਕਰਨਾ ਹੈ। ਨਿਊ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਬਲੈਂਕ ਪ੍ਰੈਜੈਂਟੇਸ਼ਨ, ਜਿਵੇਂ ਹੀ ਕਲਿੱਕ ਕਰੋਗੇ ਤੁਹਾਡੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਕੁਝ ਇਸ ਤਰ੍ਹਾਂ ਦੇ ਨਾਲ ਨਜ਼ਰ ਆਵੇਗੀ, ਜਿਸ ਵਿੱਚ ਜਦੋਂ ਵੀ ਤੁਸੀਂ ਕੋਈ ਵੀ ਨਵੀਂ ਪ੍ਰੈਜੈਂਟੇਸ਼ਨ ਦਾਖਲ ਕਰੋਗੇ ਤਾਂ ਪ੍ਰੈਜੈਂਟੇਸ਼ਨ 1 ਉੱਪਰ ਲਿਖਿਆ ਹੋਇਆ ਨਜ਼ਰ ਆਵੇਗਾ ਅਤੇ ਇਸ ਵਿੱਚ ਜਿਹੜੀ ਤੁਹਾਡੀ ਪ੍ਰੈਜੈਂਟੇਸ਼ਨ ਦੇ ਵਿੱਚ ਪਹਿਲਾਂ ਤੋਂ ਹੀ ਇੱਕ ਜਿਹੜੀ ਸਲਾਈਡ ਆ ਉਹ ਨਜ਼ਰ ਆ ਜਾਵੇਗੀ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਕੋਈ ਵੀ ਨਵੀਂ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਦਾਖਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇ ਮੰਨ ਲਓ ਜਿਹੜੀ ਪ੍ਰੈਜੈਂਟੇਸ਼ਨ ਤੁਹਾਨੂੰ ਨਜ਼ਰ ਨਹੀਂ ਵੀ ਆ ਰਹੀ ਤਾਂ ਤੁਸੀਂ ਫਾਈਲ 'ਤੇ ਜਾ ਕੇ ਨਿਊ 'ਤੇ ਕਲਿੱਕ ਕਰਕੇ ਅਤੇ ਬਲੈਂਕ ਪ੍ਰੈਜੈਂਟੇਸ਼ਨ 'ਤੇ ਕਲਿੱਕ ਕਰਕੇ ਵੀ ਤੁਸੀਂ ਨਵੀਂ ਪ੍ਰੈਜੈਂਟੇਸ਼ਨ ਨੂੰ ਖੋਲ੍ਹ ਸਕਦੇ ਹੋ। ਸੋ ਅੱਗੇ ਸਾਡੇ ਕੋਲ ਹੈ ਸਲਾਈਡ ਵਿੱਚ ਟੈਕਸਟ ਦਾਖਲ ਕਰਨਾ। ਸੋ ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਵਿੱਚ ਕਲਿੱਕ ਟੂ ਐਡ ਟਾਈਟਲ ਅਤੇ ਕਲਿੱਕ ਟੂ ਐਡ ਸਬ ਟਾਈਟਲ ਦੋ ਪਲੇਸ ਹੋਲਡਰ ਦੇਖ ਪਾ ਰਹੇ ਹੋ। ਸੋ ਸਲਾਈਡ ਦੀ ਸਕਰੀਨ 'ਤੇ ਨਜ਼ਰ ਆ ਰਹੇ ਟਾਈਟਲ ਅਤੇ ਸਬ ਟਾਈਟਲ ਡੋਟਡ ਘੇਰੇ ਵਿੱਚ ਦਿਖਾਈ ਦਿੰਦਾ ਹੈ। ਇਹਨਾਂ ਡੋਟਡ ਘੇਰੇ ਨੂੰ ਪਲੇਸ ਹੋਲਡਰ ਕਿਹਾ ਜਾਂਦਾ ਹੈ। ਸੋ ਇਹਨਾਂ ਪਲੇਸ ਹੋਲਡਰ ਨੂੰ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਆਪਣੀ ਸਲਾਈਡ ਦੇ ਵਿੱਚ ਕਿਤੇ ਵੀ ਲੈ ਕੇ ਜਾ ਸਕਦੇ ਹੋ। ਸੋ ਇਹਨਾਂ ਪਲੇਸ ਹੋਲਡਰ ਵਿੱਚ ਅਸੀਂ ਕਈ ਤਰ੍ਹਾਂ ਦੇ ਟਾਈਟਲ, ਸਬ ਟਾਈਟਲ, ਟੇਬਲ, ਚਾਰਟ, ਸਮਾਰਟ ਆਰਟ ਗ੍ਰਾਫਿਕ, ਤਸਵੀਰਾਂ, ਕਲਿੱਪ ਆਰਟ, ਵੀਡੀਓ ਅਤੇ ਆਵਾਜ਼ ਰੱਖ ਸਕਦੇ ਹਾਂ। ਸੋ ਹੁਣ ਅਸੀਂ ਸਲਾਈਡ ਵਿੱਚ ਟੈਕਸਟ ਦਾਖਲ ਕਰਨ ਬਾਰੇ ਸਿੱਖਾਂਗੇ। ਸੋ ਜਿਵੇਂ ਕਿ ਤੁਸੀਂ ਇਸ ਵਾਈਟ ਸਲਾਈਡ ਵਿੱਚ ਦੇਖ ਪਾ ਰਹੇ ਹੋ, ਇਸ ਵਿੱਚ ਸਾਨੂੰ ਦੋ ਡੋਟਡ ਫਾਰਮ ਵਿੱਚ ਪਹਿਲਾ ਬਾਕਸ ਨਜ਼ਰ ਆ ਰਿਹਾ, ਸੋ ਸਾਡੇ ਕੋਲ ਦੂਸਰਾ ਬਾਕਸ ਨਜ਼ਰ ਆ ਰਿਹਾ। ਸੋ ਇਹਨਾਂ ਦੋਨਾਂ ਬਾਕਸ ਨੂੰ ਅਸੀਂ ਕੀ ਕਹਿੰਦੇ ਹਾਂ, ਪਲੇਸ ਹੋਲਡਰ। ਸੋ ਪਲੇਸ ਹੋਲਡਰ ਉਹ ਜਗ੍ਹਾ ਹੈ ਜਿਸ ਵਿੱਚ ਅਸੀਂ ਕੋਈ ਵੀ ਟੈਕਸਟ ਜਾਂ ਕੋਈ ਵੀ ਆਬਜੈਕਟ ਜਿਵੇਂ ਕਿ ਇਮੇਜ, ਟੇਬਲ, ਕਲਿੱਪ ਆਰਟ ਜਾਂ ਕੁਛ ਵੀ ਅਸੀਂ ਇਸ ਵਿੱਚ ਇੰਸਰਟ ਕਰ ਸਕਦੇ ਹਾਂ। ਸੋ ਇਹਨਾਂ ਪਲੇਸ ਹੋਲਡਰ 'ਤੇ ਜਿਵੇਂ ਅਸੀਂ ਕਲਿੱਕ ਕਰਾਂਗੇ, ਕਲਿੱਕ ਹੋਣ ਤੋਂ ਬਾਅਦ ਤੁਸੀਂ ਦੇਖ ਪਾ ਰਹੇ ਹੋ ਇਸ ਦੇ ਕੋਨਿਆਂ 'ਤੇ ਇਹ ਛੋਟੇ ਜਿਹੜੀਆਂ ਬਿੰਦੀਆਂ ਨਜ਼ਰ ਆ ਰਹੀਆਂ ਨੇ। ਸੋ ਇਹਨਾਂ ਦੇ ਮੁਤਾਬਕ ਤੁਸੀਂ ਇਸ ਪਲੇਸ ਹੋਲਡਰ ਨੂੰ ਆਪਣੀ ਸਕਰੀਨ 'ਤੇ ਕਿਸੇ ਵੀ ਜਗ੍ਹਾ ਸੈੱਟ ਕਰ ਸਕਦੇ ਹੋ। ਇਸ ਦੀ ਜਿਹੜੀ ਚੌੜਾਈ ਹੈ, ਲੰਬਾਈ ਹੈ, ਉਸਨੂੰ ਘਟਾ ਸਕਦੇ ਹੋ। ਜੇ ਤੁਸੀਂ ਇਸਨੂੰ ਚੌੜਾ ਕਰਨਾ ਹੈ, ਚੌੜਾ ਕਰ ਸਕਦੇ ਹੋ। ਸੋ ਇਹਨਾਂ ਐਜ ਰਾਹੀਂ ਤੁਸੀਂ ਕਿਸੇ ਵੀ ਐਜ 'ਤੇ ਕਲਿੱਕ ਕਰਕੇ ਇਸ ਦਾ ਜਿਹੜਾ ਆਕਾਰ ਹੈ ਉਹ ਆਪਣੀ ਜ਼ਰੂਰਤ ਦੇ ਮੁਤਾਬਕ ਸੈੱਟ ਕਰ ਸਕਦੇ ਹੋ। ਉਸ ਤੋਂ ਬਾਅਦ ਹੁਣ ਅਸੀਂ ਇਸ ਵਿੱਚ ਇੱਕ ਟਾਈਟਲ ਐਡ ਕਰਨ ਬਾਰੇ ਸਿੱਖਾਂਗੇ। ਤੇ ਜੇ ਇੱਥੇ ਲਿਖਿਆ ਹੋਇਆ ਕਲਿੱਕ ਟੂ ਐਡ ਟਾਈਟਲ, ਸੋ ਜਿਵੇਂ ਅਸੀਂ ਇਸ 'ਤੇ ਕਲਿੱਕ ਕਰਾਂਗੇ ਤਾਂ ਹੁਣ ਸਾਨੂੰ ਜਿਹੜਾ ਸਾਡਾ ਕਰਸਰ ਆ ਉਹ ਸਾਨੂੰ ਇੱਕ ਟਿਮਟਮਾਂ ਦੀ ਡੰਡੀ ਵਾਂਗ ਦਿਖਾਈ ਦੇ ਰਿਹਾ। ਹੁਣ ਇਸ ਵਿੱਚ ਮੰਨ ਲਓ ਮੈਂ ਇਸ ਦਾ ਕੋਈ ਟਾਈਟਲ ਟਾਈਪ ਕਰ ਲੈਣਾ। ਮੰਨ ਲਓ ਮੈਂ ਲਿਖ ਦਿੰਦਾ ਮਾਈਕਰੋਸਾਫਟ ਪਾਵਰਪੁਆਇੰਟ।
ਮਾਈਕਰੋਸਾਫਟ ਪਾਵਰਪੁਆਇੰਟ। ਇਹ ਕੀ ਹੋਏਗਾ, ਇਸ ਪਲੇਸ ਹੋਲਡਰ ਵਿੱਚ ਮੈਂ ਇਹਦਾ ਟਾਈਟਲ ਸੈੱਟ ਕਰ ਦਿੱਤਾ ਹੈ ਮਾਈਕਰੋਸਾਫਟ ਪਾਵਰਪੁਆਇੰਟ। ਉਸ ਤੋਂ ਬਾਅਦ ਜਿਹੜਾ ਸਬ ਟਾਈਟਲ ਹੈ, ਇਸ ਨੂੰ ਵੀ ਅਸੀਂ ਮਾਊਸ ਦੇ ਨਾਲ ਖੱਬਾ ਬਟਨ ਪ੍ਰੈਸ ਕਰਦੇ ਹੋਏ ਆਪਣੀ ਸਲਾਈਡ ਦੇ ਵਿੱਚ ਕਿਸੇ ਵੀ ਜਗ੍ਹਾ ਦੀ ਇਸਦੀ ਪੋਜੀਸ਼ਨ ਜਿਹੜੀ ਹੈ ਉਹ ਸੈੱਟ ਕਰ ਸਕਦੇ ਹਾਂ। ਇਹ ਜੇਕਰ ਤੁਸੀਂ ਇਸਦਾ ਦਾਇਰਾ ਬਣਾਉਣਾ ਹੈ ਤਾਂ ਇਸਨੂੰ ਇਸ ਤਰ੍ਹਾਂ ਨਾਲ ਤੁਸੀਂ ਵਧਾ ਵੀ ਸਕਦੇ ਹੋ। ਇਸ ਦੀ ਲੰਬਾਈ ਵੀ ਵਧਾਉਣੀ ਹੈ ਤਾਂ ਲੰਬਾਈ ਨੂੰ ਵੀ ਤੁਸੀਂ ਇਸ ਤਰ੍ਹਾਂ ਵਧਾ ਕੇ ਇਸ ਵਿੱਚ ਕੋਈ ਵੀ ਪੈਰਾਗ੍ਰਾਫ ਜਾਂ ਜੋ ਵੀ ਟਾਈਟਲ ਤੁਸੀਂ ਇਸ ਵਿੱਚ ਲਿਖਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਲਿਖ ਸਕਦੇ ਹੋ। ਜਿਵੇਂ ਮੈਂ ਇਸ ਵਿੱਚ ਹੁਣ ਵੈਲਕਮ ਟੂ ਦਾ ਮਾਈਕਰੋਸਾਫਟ ਪਾਵਰਪੁਆਇੰਟ ਪ੍ਰੈਜੈਂਟੇਸ਼ਨ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਆਪਣੇ ਸਲਾਈਡ ਦੇ ਵਿੱਚ ਨਜ਼ਰ ਆ ਰਹੇ ਪਲੇਸ ਹੋਲਡਰ ਜਿਹਨਾਂ ਨੂੰ ਅਸੀਂ ਟੈਕਸਟ ਬਾਕਸ ਵੀ ਕਹਿੰਦੇ ਹਾਂ, ਸੋ ਇਹਨਾਂ ਪਲੇਸ ਹੋਲਡਰ ਵਿੱਚ ਤੁਸੀਂ ਟਾਈਟਲ ਜਾਂ ਸਬ ਟਾਈਟਲ ਦੇ ਕੇ ਤੁਸੀਂ ਜੋ ਵੀ ਕੰਟੈਂਟ ਆਪਣੇ ਇਸ ਸਬ ਟਾਈਟਲ ਵਿੱਚ ਲਿਖਣਾ ਚਾਹੁੰਦੇ ਹੋ ਲਿਖ ਸਕਦੇ ਹੋ। ਅਗਲਾ ਸਾਡੇ ਕੋਲ ਹੈ ਸਲਾਈਡ ਵਿੱਚ ਟੈਕਸਟ ਦਾਖਲ ਕਰਨਾ। ਸੋ ਸਲਾਈਡ ਵਿੱਚ ਟੈਕਸਟ ਦਾਖਲ ਕਰਨ ਦੇ ਸਾਡੇ ਕੋਲ ਜਿਹੜੇ ਸਟੈਪਸ ਨੇ, ਜਿਸ ਵਿੱਚ ਪਹਿਲਾ ਹੈ ਸਭ ਤੋਂ ਪਹਿਲਾਂ ਇਨਸਰਟ ਟੈਬ ਉੱਪਰ ਕਲਿੱਕ ਕਰੋ। ਦੂਸਰਾ ਹੈ ਟੈਕਸਟ ਗਰੁੱਪ ਵਿੱਚ ਟੈਕਸਟ ਆਪਸ਼ਨ ਤੇ ਕਲਿੱਕ ਕਰੋ, ਜਿਵੇਂ ਕਿ ਤੁਸੀਂ ਹੇਠਾਂ ਚਿੱਤਰ ਵਿੱਚ ਦੇਖ ਪਾ ਰਹੇ ਹੋ। ਤੀਸਰਾ ਪੁਆਇੰਟ ਹੈ ਮਾਊਸ ਦੇ ਖੱਬੇ ਬਟਨ ਦੀ ਵਰਤੋਂ ਕਰਦੇ ਹੋਏ ਸਲਾਈਡ ਤੇ ਡਰੈਗ ਕਰਦੇ ਹੋਏ ਟੈਕਸਟ ਬਾਕਸ ਡਰਾ ਕਰੋ। ਟੈਕਸਟ ਬਾਕਸ ਡਰਾ ਹੋਣ ਤੋਂ ਬਾਅਦ ਇਸ ਵਿੱਚ ਟੈਕਸਟ ਦਾਖਲ ਕਰੋ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਆਪਣੀ ਸਲਾਈਡ ਦੇ ਵਿੱਚ ਕੋਈ ਵੀ ਟੈਕਸਟ ਬਾਕਸ ਦਾਖਲ ਕਰ ਸਕਦੇ ਹਾਂ। ਉਸੇ ਤਰ੍ਹਾਂ ਦੇ ਨਾਲ ਮੰਨ ਲਓ ਜੇਕਰ ਮੇਰੇ ਕੋਲ ਟਾਈਟਲ ਹੈਗਾ, ਜਿਹੜਾ ਸਬ ਟਾਈਟਲ ਹੈ, ਉਹ ਮੰਨ ਲਓ ਬਾਈ ਚਾਂਸ ਮੈਂ ਕਲਿੱਕ ਕਰਦਾ ਹਾਂ, ਕੀਬੋਰਡ ਤੋਂ ਡਿਲੀਟ ਦਾ ਬਟਨ ਪ੍ਰੈਸ ਕਰਾਂਗੇ, ਉਹ ਡਿਲੀਟ ਹੋ ਗਿਆ। ਦੁਬਾਰਾ ਸਿਲੈਕਟ ਕਰਕੇ ਇਸ ਨੂੰ ਆਪਸੇ ਡਿਲੀਟ ਕਰ ਦਿੱਤਾ। ਹੁਣ ਮੰਨ ਲਓ ਮੇਰੇ ਇਸ ਸਲਾਈਡ ਦੇ ਵਿੱਚ ਸਿਰਫ ਇੱਕ ਟਾਈਟਲ ਨਜ਼ਰ ਆ ਰਿਹਾ, ਪਰ ਸਬ ਟਾਈਟਲ ਮੈਂ ਲੈਣਾ ਚਾਹੁੰਦਾ ਹਾਂ, ਪਰ ਉਹ ਸਕਰੀਨ 'ਤੇ ਸਾਨੂੰ ਨਜ਼ਰ ਨਹੀਂ ਆ ਰਿਹਾ। ਸੋ ਇੱਕ ਸਬ ਟਾਈਟਲ ਲੈਣ ਦੇ ਲਈ ਅਸੀਂ ਕਰਾਂਗੇ, ਸਾਨੂੰ ਇੱਕ ਟੈਕਸਟ ਬਾਕਸ ਲੈਣਾ ਪਵੇਗਾ। ਤਾਂ ਟੈਕਸਟ ਬਾਕਸ ਲੈਣ ਲਈ ਅਸੀਂ ਇਨਸਰਟ ਟੈਬ 'ਤੇ ਜਾਵਾਂਗੇ। ਇਨਸਰਟ ਟੈਬ ਦੇ ਵਿੱਚ ਜਿਹੜਾ ਸਾਨੂੰ ਟੈਕਸਟ ਗਰੁੱਪ ਲੱਭ ਰਿਹਾ, ਟੈਕਸਟ ਗਰੁੱਪ ਦੇ ਵਿੱਚ ਪਹਿਲਾ ਆਪਸ਼ਨ ਹੈ ਟੈਕਸਟ ਬਾਕਸ ਦਾ। ਤਾਂ ਅਸੀਂ ਇਹਨੂੰ ਜਿਵੇਂ ਕਲਿੱਕ ਕਰਾਂਗੇ ਸਿਲੈਕਟ ਹੋ ਗਿਆ। ਸਿਲੈਕਟ ਕਰਨ ਤੋਂ ਬਾਅਦ ਅਸੀਂ ਮਾਊਸ ਦਾ ਖੱਬਾ ਬਟਨ ਪ੍ਰੈਸ ਕਰਦੇ ਹੋਏ ਇਸ ਨੂੰ ਘਸੀੜਦੇ ਹੋਏ ਜਿੰਨਾ ਤੁਹਾਨੂੰ ਇਸਦਾ ਦਾਇਰਾ ਚਾਹੀਦਾ ਹੈ, ਜਦੋਂ ਤੱਕ ਤੁਹਾਨੂੰ ਲੱਗਦਾ ਨਹੀਂ ਵੀ ਮੈਂ ਇੱਥੇ ਤੱਕ ਸਿਲੈਕਟ ਕਰਨਾ ਹੈ, ਜਦੋਂ ਤੁਹਾਨੂੰ ਲੱਗਦਾ ਵੀ ਮੈਂ ਇੱਥੇ ਤੱਕ ਸਿਲੈਕਟ ਕਰ ਲਿਆ ਹੈ, ਉਸ ਤੋਂ ਬਾਅਦ ਮਾਊਸ ਦਾ ਬਟਨ ਛੱਡ ਦਿਓ। ਤਾਂ ਹੁਣ ਦੇਖ ਪਾ ਰਹੇ ਹੋ ਤੁਹਾਡੇ ਵੱਲੋਂ ਜਿਹੜਾ ਸਿਲੈਕਟ ਕੀਤਾ ਗਿਆ ਟੈਕਸਟ ਬਾਕਸ ਉਹ ਤੁਹਾਡੀ ਸਲਾਈਡ ਵਿੱਚ ਡਰਾ ਹੋ ਗਿਆ। ਇਸ ਤਰ੍ਹਾਂ ਦੇ ਨਾਲ ਅਸੀਂ ਆਪਣੇ ਮਾਈਕਰੋਸਾਫਟ ਪਾਵਰਪੁਆਇੰਟ ਦੀ ਸਲਾਈਡ ਦੇ ਵਿੱਚ ਕਿਸੇ ਵੀ ਟਾਈਟਲ ਨੂੰ ਦੇ ਸਕਦੇ ਹਾਂ ਜਾਂ ਟੈਕਸਟ ਐਂਟਰ ਕਰ ਸਕਦੇ ਹਾਂ। ਕੋਈ ਟੈਕਸਟ ਬਾਕਸ ਲੈ ਕੇ ਉਸ ਵਿੱਚ ਵੀ ਕੁਝ ਵੀ ਜਿਹੜਾ ਕੰਟੈਂਟ ਆ ਉਹ ਲਿਖ ਸਕਦੇ ਹਾਂ। ਅਗਲਾ ਸਾਡੇ ਕੋਲ ਟੌਪਿਕ ਹੈ ਸਲਾਈਡ ਦੇ ਟੈਕਸਟ ਨੂੰ ਫਾਰਮੈਟ ਕਰਨਾ, ਕਿ ਅਸੀਂ ਆਪਣੀ ਸਲਾਈਡ ਦੇ ਵਿੱਚ ਲਿਖੇ ਹੋਏ ਟੈਕਸਟ ਨੂੰ ਕਿਵੇਂ ਫਾਰਮੈਟ ਜਾਂ ਕਿਵੇਂ ਆਕਰਸ਼ਕ ਬਣਾ ਸਕਦੇ ਹਾਂ। ਸੋ ਅਸੀਂ ਪਲੇਸ ਹੋਲਡਰ ਜਾਂ ਟੈਕਸਟ ਬਾਕਸ ਵਿਚਲੇ ਟੈਕਸਟ ਨੂੰ ਫਾਰਮੈਟ ਕਰਨ ਲਈ ਹੋਮ ਟੈਬ ਵਿੱਚ ਫੌਂਟ ਅਤੇ ਪੈਰਾਗ੍ਰਾਫ ਗਰੁੱਪ ਦੀ ਵਰਤੋਂ ਕਰ ਸਕਦੇ ਹਾਂ। ਇਹਨਾਂ ਵਿੱਚ ਮੌਜੂਦ ਸਾਰੇ ਆਪਸ਼ਨਾਂ ਬਾਰੇ ਅਸੀਂ ਅੱਗੇ ਪੜਾਂਗੇ। ਸੋ ਅਗਲਾ ਸਾਡੇ ਕੋਲ ਹੁਣ ਟੌਪਿਕ ਹੈ ਸਲਾਈਡ ਦੇ ਟੈਕਸਟ ਨੂੰ ਫਾਰਮੈਟ ਕਰਨਾ। ਸੋ ਜੋ ਵੀ ਤੁਸੀਂ ਆਪਣੀ ਸਲਾਈਡ ਦੇ ਵਿੱਚ ਟਾਈਟਲ ਜਾਂ ਸਬ ਟਾਈਟਲ ਦੇਖ ਪਾ ਰਹੇ ਹੋ, ਸੋ ਇਹਨਾਂ ਦੇ ਉੱਪਰ ਅਸੀਂ ਕੋਈ ਫਾਰਮੈਟਿੰਗ ਅਪਲਾਈ ਕਰਨਾ ਹੈ ਤਾਂ ਉਹ ਵੀ ਅਸੀਂ ਕਰ ਸਕਦੇ ਹਾਂ। ਉਸ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ ਪਵੇਗਾ, ਉਸ ਟਾਈਟਲ ਜਾਂ ਉਸ ਪਲੇਸ ਹੋਲਡਰ ਨੂੰ ਸਿਲੈਕਟ ਕਰਨਾ ਪਵੇਗਾ ਜਿਸ ਨੂੰ ਅਸੀਂ ਫਾਰਮੈਟ ਕਰਨਾ ਚਾਹੁੰਦੇ ਹਾਂ। ਜਿਵੇਂ ਪਹਿਲੇ ਮਾਈਕਰੋਸਾਫਟ ਪਾਵਰਪੁਆਇੰਟ ਵਾਲੇ ਪਲੇਸ ਹੋਲਡਰ 'ਤੇ ਕਲਿੱਕ ਕੀਤਾ ਹੈ, ਹੁਣ ਮੈਂ ਮਾਊਸ ਦੀ ਮਦਦ ਨਾਲ ਇਸ ਨੂੰ ਸਿਲੈਕਟ ਕਰ ਲਾਂਗਾ। ਸਿਲੈਕਟ ਕਰਨ ਤੋਂ ਬਾਅਦ ਤੁਸੀਂ ਹੋਮ ਟੈਬ ਦੇ ਵਿੱਚ ਦੇਖ ਪਾ ਰਹੇ ਹੋ ਫੌਂਟ ਗਰੁੱਪ। ਸੋ ਫੌਂਟ ਗਰੁੱਪ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਫੌਂਟ ਫੇਸ। ਫੌਂਟ ਫੇਸ ਦੇ ਰਾਹੀਂ ਅਸੀਂ ਆਪਣੇ ਟੈਕਸਟ ਦੀ ਜਿਹੜੀ ਬਣਾਵਟ ਹੈ ਉਸ ਨੂੰ ਤੁਸੀਂ ਦੇਖ ਪਾ ਰਹੇ ਹੋ ਸਕਰੀਨ 'ਤੇ। ਨਾਲ ਦੇ ਨਾਲ ਇਹ ਜਿਹੜੀ ਆਊਟਪੁੱਟ ਆ ਉਹ ਸਾਨੂੰ ਸਕਰੀਨ 'ਤੇ ਨਜ਼ਰ ਆ ਰਹੀ ਹੈ। ਜਿਸ ਤਰ੍ਹਾਂ ਦਾ ਵੀ ਤੁਹਾਨੂੰ ਜਿਹੜਾ ਫੌਂਟ ਦਾ ਸਟਾਈਲ ਹੈ ਉਹ ਚਾਹੀਦਾ ਹੈ, ਉਹ ਫੌਂਟ ਸਟਾਈਲ ਤੁਸੀਂ ਇੱਥੇ ਸਿਲੈਕਟ ਕਰ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਅੱਖਰਾਂ ਦਾ ਜਿਹੜਾ ਆਕਾਰ ਹੈ ਉਹ ਤੁਹਾਨੂੰ ਵੱਡਾ ਚਾਹੀਦਾ, ਛੋਟਾ ਚਾਹੀਦਾ, ਜਿੰਨਾ ਵੀ ਸਾਈਜ਼ ਤੁਹਾਨੂੰ ਆਪਣੇ ਅੱਖਰਾਂ ਦਾ ਚਾਹੀਦਾ ਹੈ ਉਹਦੀ ਚੋਣ ਤੁਸੀਂ ਫੌਂਟ ਸਾਈਜ਼ ਤੋਂ ਸਿਲੈਕਟ ਕਰ ਸਕਦੇ ਹੋ।
ਉਸ ਤੋਂ ਬਾਅਦ ਫੌਂਟ ਸਟਾਈਲ। ਤੁਹਾਨੂੰ ਫੌਂਟ ਦੇ ਜਿਹੜੇ ਅੱਖਰ ਆ ਉਹ ਮੋਟੇ ਚਾਹੀਦੇ ਆ ਤੇ ਬੋਲਡ ਦੀ ਚੋਣ ਕਰ ਸਕਦੇ ਹੋ। ਜੇ ਨਹੀਂ ਚਾਹੀਦੇ ਤਾਂ ਦੁਬਾਰਾ ਕਲਿੱਕ ਕਰੋਗੇ ਤੇ ਜਿਹੜਾ ਬੋਲਡ ਆਪਸ਼ਨ ਆ ਉਹ ਆਫ ਹੋ ਜਾਏਗਾ। ਉਸੇ ਤਰ੍ਹਾਂ ਦੇ ਨਾਲ ਜਿਹੜਾ ਮਾਈਕਰੋਸਾਫਟ ਪਾਵਰ ਪੁਆਇੰਟ ਟਾਈਟਲ ਹੈ, ਇਸਨੂੰ ਤੁਸੀਂ ਥੋੜਾ ਤਿਰਛਾ ਕਰਨਾ ਚਾਹੁੰਦੇ ਹੋ ਤੇ ਇਟੈਲਿਕ ਤੇ ਕਲਿੱਕ ਕਰੋਗੇ ਥੋੜਾ ਤਿਰਛਾ ਹੋ ਜਾਏਗਾ। ਯੂ ਤੇ ਕਲਿੱਕ ਕਰੋਗੇ ਤੇ ਅੰਡਰਲਾਈਨ ਆ ਜਾਏਗੀ। ਉਸ ਤੋਂ ਇਲਾਵਾ ਅਗਲਾ ਆਪਸ਼ਨ ਹੈ ਸਾਡੇ ਕੋਲ ਟੈਕਸਟ ਸ਼ੈਡੋ। ਇਸ ਤੇ ਕਲਿੱਕ ਕਰੋਗੇ ਤੇ ਤੁਹਾਡੇ ਅੱਖਰਾਂ ਦੀ ਥੋੜੀ ਥੋੜੀ ਪਰਛਾਈ ਸੱਜੇ ਪਾਸੇ ਨੂੰ ਨਜ਼ਰ ਆਵੇਗੀ। ਇਹਨੂੰ ਹਟਾ ਦਿੰਦੇ ਹਾਂ। ਉਸ ਤੋਂ ਇਲਾਵਾ ਤੁਸੀਂ ਚਾਹੁੰਦੇ ਹੋ ਕਿ ਮਾਈਕਰੋਸਾਫਟ ਪਾਵਰ ਪੁਆਇੰਟ ਸੈਂਟਰ 'ਚ ਇੱਕ ਲਾਈਨ ਆ ਜਾਵੇ ਤਾਂ ਤੁਸੀਂ ਇਸ ਸਟ੍ਰਾਈਕ ਥਰੂ ਆਪਸ਼ਨ ਦੀ ਵਰਤੋਂ ਕਰ ਸਕਦੇ ਹੋ। ਤੇ ਇਹ ਸਿਰਫ ਮਾਈਕਰੋਸਾਫਟ ਸਿਲੈਕਟ ਹੋਇਆ ਕਿਉਂਕਿ ਅਸੀਂ ਸਿਰਫ ਇਹਦੇ ਉੱਪਰ ਕਲਿੱਕ ਕੀਤਾ ਹੋਇਆ ਸੀਗਾ। ਜੇ ਮੈਂ ਇਸ ਪੂਰੇ ਵਰਡ ਨੂੰ ਸਿਲੈਕਟ ਕਰਾਂਗਾ ਫਿਰ ABC 'ਤੇ ਕਲਿੱਕ ਕਰਾਂਗਾ ਤਾਂ ਹੁਣ ਦੇਖ ਪਾ ਰਹੇ ਹੋ ਪੂਰੇ ਵਰਡ 'ਤੇ ਜਿਹੜੇ ਸੈਂਟਰ 'ਚ ਲਾਈਨ ਆ ਚੁੱਕੀ ਹੈ। ਇੱਕ ਗੱਲ ਦਾ ਤੁਸੀਂ ਹਮੇਸ਼ਾ ਖਿਆਲ ਰੱਖਣਾ ਹੈ ਕਿ ਜਦੋਂ ਵੀ ਤੁਸੀਂ ਜੋ ਵੀ ਟੈਕਸਟ ਦੇ ਉੱਪਰ ਕੋਈ ਵੀ ਆਪਸ਼ਨ ਲਾਗੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਉਸ ਪੂਰੇ ਟੈਕਸਟ ਨੂੰ ਸਿਲੈਕਟ ਕਰਨਾ ਪਏਗਾ, ਫਿਰ ਤੁਸੀਂ ਕੋਈ ਵੀ ਜਿਹੜੀ ਆਪਸ਼ਨ ਆ ਉਸ ਉੱਪਰ ਲਾਗੂ ਕਰ ਪਾਓਗੇ। ਉਸ ਤੋਂ ਬਾਅਦ ਅਸੀਂ ਮੰਨ ਲਓ ਚਾਹੁੰਦੇ ਅਸੀਂ ਇਹਨਾਂ ਅੱਖਰਾਂ ਦਾ ਜਿਹੜਾ ਕਲਰ ਆ ਉਹ ਚੇਂਜ ਕਰਨਾ ਤਾਂ ਅਸੀਂ ਜਿਹੜਾ ਫੌਂਟ ਕਲਰ ਇੱਥੇ ਜਾਵਾਂਗੇ। ਸੋ ਜਿਸ ਤਰ੍ਹਾਂ ਦਾ ਵੀ ਕਲਰ ਤੁਹਾਨੂੰ ਚਾਹੀਦਾ ਹੈ ਤਾਂ ਉਸ ਤਰ੍ਹਾਂ ਦੇ ਕਲਰ ਦੀ ਤੁਸੀਂ ਇਹਦੇ ਚੋਣ ਕਰ ਸਕਦੇ ਹੋ। ਸਟੈਂਡਰਡ ਕਲਰ ਵੀ ਥੱਲੇ ਦਿੱਤੇ ਹੋਏ ਹੈ, ਇਹਨਾਂ 'ਚ ਵੀ ਤੁਸੀਂ ਕਿਸੇ ਇੱਕ ਕਲਰ ਦੀ ਚੋਣ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਹੈ ਕਿ ਜੋ ਵੀ ਕਲਰ ਤੁਹਾਨੂੰ ਚਾਹੀਦੇ ਆ ਉਹ ਇਹਨਾਂ ਵਿੱਚ ਮੌਜੂਦ ਨਹੀਂ ਹੈ ਤਾਂ ਤੁਸੀਂ ਮੋਰ ਕਲਰ 'ਤੇ ਕਲਿੱਕ ਕਰਕੇ ਇਹਨਾਂ ਵਿੱਚੋਂ ਕਿਸੇ ਵੀ ਇੱਕ ਕਲਰ ਦੀ ਚੋਣ ਕਰਕੇ ਓਕੇ 'ਤੇ ਕਲਿੱਕ ਕਰੋਗੇ ਤੇ ਉਹ ਕਲਰ ਤੁਹਾਡੇ ਟੈਕਸਟ 'ਤੇ ਅਪਲਾਈ ਹੋ ਜਾਵੇਗਾ। ਸੋ ਇਸ ਤੋਂ ਇਲਾਵਾ ਤੁਸੀਂ ਆਪਣੇ ਜਿਹੜਾ ਟੈਕਸਟ ਵਾਈਜ਼ ਦੀ ਅਲਾਈਨਮੈਂਟ ਸੈੱਟ ਕਰ ਸਕਦੇ ਹੋ। ਜੇ ਇਸ ਟਾਈਮ ਦੇਖ ਪਾ ਰਹੇ ਹੋ ਜਿਹੜਾ ਮਾਈਕਰੋਸਾਫਟ ਪਾਵਰ ਪੁਆਇੰਟ ਆ ਇਸ ਪਲੇਸ ਹੋਲਡਰ ਦੇ ਸੈਂਟਰ ਦੇ ਵਿੱਚ ਆ ਰਿਹਾ। ਜੇ ਮੈਂ ਇਸ ਨੂੰ ਖੱਬੇ ਪਾਸੇ ਲੈ ਕੇ ਜਾਣਾ ਵਾ ਤਾਂ ਅਸੀਂ ਅਲਾਈਨਮੈਂਟ 'ਤੇ ਜਾਵਾਂਗੇ, ਲੈਫਟ ਅਲਾਈਨ 'ਤੇ ਕਰਾਂਗੇ, ਲੈਫਟ ਵੱਲ ਨੂੰ ਮੂਵ ਹੋ ਜਾਏਗਾ। ਜੇ ਮੈਂ ਸੈਂਟਰ 'ਤੇ ਕਰਦਾ ਹਾਂ ਤਾਂ ਵਿਚਕਾਰ ਆ ਜਾਏਗਾ। ਜੇ ਮੈਂ ਰਾਈਟ ਅਲਾਈਨਮੈਂਟ ਕਰਾਂਗਾ ਤਾਂ ਇਹ ਸੱਜੇ ਪਾਸੇ ਨੂੰ ਚਲਾ ਜਾਏਗਾ। ਜੇਕਰ ਅਸੀਂ ਜਸਟੀਫਾਈ ਕਰਾਂਗੇ ਤਾਂ ਇਹ ਦੋਵੇਂ ਸਾਈਡਾਂ ਤੋਂ ਬਰਾਬਰ ਰਹਿੰਦਾ ਹੈ। ਫਿਲਹਾਲ ਅਸੀਂ ਸੈਂਟਰ ਅਲਾਈਨਮੈਂਟ ਕਰ ਲੈਂਦੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਫੌਂਟ ਅਤੇ ਪੈਰਾਗ੍ਰਾਫ ਦੇ ਰਾਹੀਂ ਅਸੀਂ ਆਪਣੇ ਟਾਈਟਲ ਜਾਂ ਸਬ ਟਾਈਟਲ ਪਲੇਸ ਹੋਲਡਰ ਦੇ ਵਿੱਚ ਜਿਹੜੀ ਫਾਰਮੈਟਿੰਗ ਹੈ ਉਹ ਅਪਲਾਈ ਕਰ ਸਕਦੇ ਹਾਂ। ਅਗਲਾ ਸਾਡੇ ਕੋਲ ਟੌਪਿਕ ਹੈ ਨਵੀਂ ਸਲਾਈਡ ਦਾਖਲ ਕਰਨਾ। ਸੋ ਜਦੋਂ ਅਸੀਂ ਆਪਣੀ ਪਾਵਰ ਪੁਆਇੰਟ ਦੀ ਪ੍ਰੈਜੈਂਟੇਸ਼ਨ ਦੀ ਪਹਿਲੀ ਸਲਾਈਡ ਵਿੱਚ ਟਾਈਟਲ ਅਤੇ ਸਬ ਟਾਈਟਲ ਦਾਖਲ ਕਰ ਲੈਂਦੇ ਹਾਂ ਤਾਂ ਅਸੀਂ ਨਵੀਂ ਸਲਾਈਡ ਦਾਖਲ ਕਰਨ ਦੇ ਸਮੇਂ ਉਸ ਵਿੱਚ ਕਿਹੜੇ ਪਲੇਸ ਹੋਲਡਰ ਨਜ਼ਰ ਆਉਣਗੇ ਦੀ ਚੋਣ ਕਰ ਸਕਦੇ ਹਾਂ। ਜਿਵੇਂ ਕਿ ਤੁਸੀਂ ਸੱਜੇ ਚਿੱਤਰ ਦੇਖ ਪਾ ਰਹੇ ਹੋ, ਜਿਵੇਂ ਹੀ ਅਸੀਂ ਨਿਊ ਹੋਮ ਟੈਬ ਦੇ ਅੰਦਰ ਨਿਊ ਸਲਾਈਡ ਆਪਸ਼ਨ 'ਤੇ ਕਲਿੱਕ ਕਰਾਂਗੇ ਸਾਨੂੰ ਆਫਿਸ ਥੀਮ ਦੇ ਅੰਦਰ ਕਾਫੀ ਸਾਰੇ ਜਿਹੜੇ ਲੇਆਊਟ ਹੈ ਉਹ ਨਜ਼ਰ ਆ ਰਹੇ ਹੁੰਦੇ ਨੇ। ਇਹਨਾਂ ਵਿੱਚੋਂ ਅਸੀਂ ਜਿਵੇਂ ਤੁਸੀਂ ਸਕਰੀਨ ਦੇਖ ਪਾ ਰਹੇ ਹੋ ਟਾਈਟਲ ਐਂਡ ਕੰਟੈਂਟ, ਸੈਕਸ਼ਨ ਹੈਡਰ, ਟੂ ਕੰਟੈਂਟ, ਕੰਪੈਰੀਜ਼ਨ, ਟਾਈਟਲ ਓਨਲੀ, ਬਲੈਂਕ, ਕੰਟੈਂਟ ਵਿਦ ਕੈਪਸ਼ਨ, ਪਿਕਚਰ ਵਿਦ ਕੈਪਸ਼ਨ। ਸੋ ਜਿਸ ਤਰ੍ਹਾਂ ਦਾ ਵੀ ਲੇਆਊਟ ਤੁਸੀਂ ਆਪਣੀ ਪ੍ਰੈਜੈਂਟੇਸ਼ਨ ਵਿੱਚ ਦਾਖਲ ਕਰਨਾ ਚਾਹੁੰਦੇ ਹੋ ਇਹਨਾਂ ਵਿੱਚੋਂ ਤੁਸੀਂ ਉਸ ਲੇਆਊਟ ਦੀ ਚੋਣ ਕਰਕੇ ਉਸ ਨੂੰ ਤੁਸੀਂ ਆਪਣੀ ਸਲਾਈਡ ਦੇ ਵਿੱਚ ਲਾਗੂ ਕਰ ਸਕਦੇ ਹੋ। ਸੋ ਨਵੀਂ ਸਲਾਈਡ ਦਾਖਲ ਕਰਨ ਲਈ ਹੋਮ ਟੈਬ ਵਿੱਚ ਸਲਾਈਡ ਗਰੁੱਪ ਦੇ ਨਿਊ ਸਲਾਈਡ ਕਮਾਂਡ ਦੇ ਡ੍ਰੌਪ ਡਾਊਨ ਮੈਨੂ 'ਤੇ ਕਲਿੱਕ ਕਰਕੇ ਜਿਸ ਤਰ੍ਹਾਂ ਦੇ ਲੇਆਊਟ ਵਾਲੀ ਸਲਾਈਡ ਦੀ ਲੋੜ ਹੈ ਦੀ ਚੋਣ ਕਰਕੇ ਸਲਾਈਡ ਦਾਖਲ ਕਰ ਸਕਦੇ ਹਾਂ, ਜਾਂ ਕੀਬੋਰਡ ਤੋਂ ਸ਼ਾਰਟਕਟ ਕੀ Ctrl+M ਦੀ ਵਰਤੋਂ ਕਰਦੇ ਹੋਏ ਵੀ ਅਸੀਂ ਇੱਕ ਨਵੀਂ ਸਲਾਈਡ ਦਾਖਲ ਕਰ ਸਕਦੇ ਹਾਂ। ਸੋ ਹੁਣ ਅਸੀਂ ਆਪਣੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਵਿੱਚ ਜਿਵੇਂ ਕਿ ਦੇਖ ਪਾ ਰਹੇ ਹੋ ਇਸ ਵਿੱਚ ਸਿਰਫ ਸਾਡੇ ਕੋਲ ਇੱਕ ਹੀ ਸਲਾਈਡ ਇਸ ਵੇਲੇ ਮੌਜੂਦ ਹੈ, ਪਰ ਮੈਂ ਚਾਹੁੰਦਾ ਹਾਂ ਇਸ ਸਲਾਈਡ ਤੋਂ ਇਲਾਵਾ ਮੈਂ ਇੱਕ ਹੋਰ ਨਵੀਂ ਸਲਾਈਡ ਸ਼ਾਮਿਲ ਕਰਨਾ ਚਾਹੁੰਦਾ ਹਾਂ। ਤਾਂ ਉਸ ਵੇਲੇ ਮੈਨੂੰ ਕੀ ਕਰਨਾ ਪਏਗਾ, ਹੋਮ ਟੈਬ ਦੇ ਵਿੱਚ ਜਿਵੇਂ ਕਿ ਦੇਖ ਪਾ ਰਹੇ ਹੋ ਹੋਮ ਟੈਬ ਦੇ ਵਿੱਚ ਕਲਿੱਪਬੋਰਡ ਗਰੁੱਪ ਦੇ ਨਾਲ ਸਲਾਈਡ ਗਰੁੱਪ ਦਿੱਤਾ ਹੋਇਆ। ਸਲਾਈਡ ਗਰੁੱਪ ਦੇ ਵਿੱਚ ਜਿਹੜੀ ਨਿਊ ਸਲਾਈਡ ਹੈ ਅਸੀਂ ਇਸ ਦੇ ਨਾਲ ਛੋਟਾ ਜਿਹਾ ਬਟਨ ਲੱਗਾ ਹੋਇਆ ਡਾਊਨ, ਜਿਵੇਂ ਅਸੀਂ ਇਸ 'ਤੇ ਕਲਿੱਕ ਕਰਾਂਗੇ ਇੱਕ ਡ੍ਰੌਪ ਡਾਊਨ ਵਿੰਡੋ ਓਪਨ ਹੋ ਜਾਏਗੀ। ਇਸ ਵੇਲੇ ਸਾਡੇ ਕੋਲ ਆਫਿਸ ਥੀਮ ਦੇ ਕਾਫੀ ਸਾਰੇ ਨਿਊ ਸਲਾਈਡ ਦੇ ਸਟਾਈਲ ਹੈ, ਜਿਵੇਂ ਬਲੈਂਕ ਦੀ ਚੋਣ ਤੁਸੀਂ ਉਦੋਂ ਕਰਨੀ ਹੈ ਜਦੋਂ ਤੁਸੀਂ ਕੋਈ ਵੀ ਟਾਈਟਲ ਜਾਂ ਸਬ ਟਾਈਟਲ ਤੁਹਾਨੂੰ ਨਹੀਂ ਚਾਹੀਦਾ, ਤੁਸੀਂ ਬਲੈਂਕ ਦੀ ਆਪਸ਼ਨ ਦੀ ਚੋਣ ਕਰ ਸਕਦੇ ਹੋ। ਪਰ ਜੇਕਰ ਤੁਹਾਨੂੰ ਸਿਰਫ ਟਾਈਟਲ ਦਾ ਸਲਾਈਡ ਦਾ ਟਾਈਟਲ ਚਾਹੀਦਾ ਹੈ ਜਾਂ ਸਬ ਟਾਈਟਲ ਚਾਹੀਦਾ ਹੈ ਉਸ ਲਈ ਤੁਸੀਂ ਟਾਈਟਲ ਸਲਾਈਡ ਦੀ ਚੋਣ ਕਰ ਸਕਦੇ ਹੋ। ਦੂਸਰਾ ਹੈ ਟਾਈਟਲ ਐਂਡ ਕੰਟੈਂਟ, ਮਤਲਬ ਤੁਹਾਨੂੰ ਸਲਾਈਡ ਦਾ ਇੱਕ ਟਾਈਟਲ ਦੇਣਾ ਚਾਹੁੰਦੇ ਹੋ ਅਤੇ ਕੰਟੈਂਟ ਦੇ ਵਿੱਚ ਤੁਸੀਂ ਕੋਈ ਆਬਜੈਕਟ ਦਾਖਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟਾਈਟਲ ਐਂਡ ਕੰਟੈਂਟ ਦੀ ਚੋਣ ਕਰ ਸਕਦੇ ਹੋ।
ਤੀਸਰਾ ਸਾਡੇ ਕੋਲ ਹੈ ਸੈਕਸ਼ਨ ਹੈਡਰ। ਇਹਦੇ ਵਿੱਚ ਤੁਹਾਡੇ ਕੋਲ ਇੱਕ ਟਾਈਟਲ ਹੋਏਗਾ। ਉਸ ਤੋਂ ਇਲਾਵਾ ਤੁਸੀਂ ਕੋਈ ਹੈਡਰ ਵਗੈਰਾ ਦੇਣਾ ਹੈ ਤਾਂ ਉਹ ਤੁਸੀਂ ਇਸ ਸਲਾਈਡ ਵਿੱਚ ਦੇ ਸਕਦੇ ਹੋ। ਉਸ ਤੋਂ ਬਾਅਦ ਟੂ ਕੰਟੈਂਟ ਵਿੱਚ ਤੁਹਾਡੇ ਕੋਲ ਇੱਕ ਸਿੰਗਲ ਹੈਡਿੰਗ ਹੋਏਗਾ, ਪਰ ਕੰਟੈਂਟ ਵਿੱਚ ਤੁਹਾਡੇ ਕੋਲ 2 ਕਾਲਮ ਹੋਣਗੇ। ਦੋਵਾਂ ਕਾਲਮਾਂ ਵਿੱਚ ਤੁਸੀਂ ਵੱਖ-ਵੱਖ ਤਰ੍ਹਾਂ ਦੇ ਆਬਜੈਕਟ ਐਡ ਕਰ ਸਕਦੇ ਹੋ। ਉਸੇ ਤਰ੍ਹਾਂ ਦੇ ਨਾਲ ਕੰਪੈਨੀਅਨ ਅਤੇ ਟਾਈਟਲ ਓਨਲੀ, ਕੰਟੈਂਟ ਵਿਦ ਕੈਪਸ਼ਨ ਜਾਂ ਪਿਕਚਰ ਵਿਦ ਕੈਪਸ਼ਨ, ਵੱਖਰੇ ਲੇਆਊਟ ਤੁਸੀਂ ਆਪਣੀ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਵਿੱਚ ਦਾਖਲ ਕਰ ਸਕਦੇ ਹੋ। ਉਸ ਤੋਂ ਇਲਾਵਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੀ ਸਲਾਈਡ ਦਾ ਡੁਪਲੀਕੇਟ ਕ੍ਰੀਏਟ ਕਰਨਾ ਹੈ ਤਾਂ ਡੁਪਲੀਕੇਟ ਸਿਲੈਕਟਡ ਸਲਾਈਡ 'ਤੇ ਕਲਿੱਕ ਕਰੋਗੇ ਤਾਂ ਇਸ ਸਲਾਈਡ ਦੀ ਜਿਹੜੀ ਡੁਪਲੀਕੇਟ ਕਾਪੀ ਹੈ ਉਹ ਕ੍ਰੀਏਟ ਹੋ ਜਾਏਗੀ। ਪਰ ਇਸ ਤੋਂ ਪਹਿਲਾਂ ਅਸੀਂ ਸਭ ਤੋਂ ਪਹਿਲਾਂ ਇਹਨਾਂ ਵਿੱਚੋਂ ਆਪਾਂ ਚੋਣ ਕਰਦੇ ਹਾਂ ਟਾਈਟਲ ਐਂਡ ਕੰਟੈਂਟ ਦੀ। ਇੱਥੇ ਅਸੀਂ ਜਿਵੇਂ ਹੀ ਕਲਿੱਕ ਕੀਤਾ ਤੁਸੀਂ ਦੇਖ ਪਾ ਰਹੇ ਹੋ ਇਸ ਵਿੱਚ ਇੱਕ ਟਾਈਟਲ ਆ ਰਿਹਾ। ਟਾਈਟਲ ਤੋਂ ਇਲਾਵਾ ਸਾਡੇ ਕੋਲ ਇੱਕ ਸਬ ਟਾਈਟਲ ਆ ਰਿਹਾ ਜਿਸ ਵਿੱਚ ਵੱਖ-ਵੱਖ ਤਰ੍ਹਾਂ ਦੇ ਆਬਜੈਕਟ ਇੱਥੇ ਨਜ਼ਰ ਆ ਰਹੇ ਆ। ਜਿਸ ਤਰ੍ਹਾਂ ਦੇ ਆਬਜੈਕਟ 'ਤੇ ਮੈਂ ਕਲਿੱਕ ਕਰਾਂਗਾ ਉਸ ਤਰ੍ਹਾਂ ਦਾ ਆਬਜੈਕਟ ਸਾਡੇ ਇਸ ਪ੍ਰੈਜੈਂਟੇਸ਼ਨ ਵਿੱਚ ਦਾਖਲ ਹੋ ਜਾਵੇਗਾ। ਇਸ ਤੋਂ ਇਲਾਵਾ ਇਸ ਦੀ ਇੱਕ ਸ਼ਾਰਟਕਟ ਕੀ ਹੈ, ਕੀਬੋਰਡ ਤੋਂ Ctrl+M ਕੀ ਪ੍ਰੈਸ ਕਰਾਂਗੇ ਤਾਂ ਵੀ ਦੇਖ ਪਾ ਰਹੇ ਹੋ ਸਾਡੀ ਜਿਹੜੀ ਨਵੀਂ ਸਲਾਈਡ ਆ ਉਹ ਦਾਖਲ ਹੋ ਚੁੱਕੀ ਹੈ। ਸੋ ਨਵੀਂ ਸਲਾਈਡ ਨੂੰ ਦਾਖਲ ਕਰਨ ਲਈ ਸਾਡੇ ਕੋਲ ਸ਼ਾਰਟਕਟ ਕੀ ਹੈ, Ctrl ਤੇ M ਕੀ ਇਕੱਠੇ ਦਬਾਓਗੇ ਤੇ ਇੱਕ ਨਵੀਂ ਸਲਾਈਡ ਦਾਖਲ ਹੋ ਜਾਵੇਗੀ। ਅਗਲਾ ਸਾਡੇ ਕੋਲ ਟੌਪਿਕ ਹੈ ਸਲਾਈਡ ਦਾ ਲੇਆਊਟ ਬਦਲਣਾ। ਸੋ ਸਲਾਈਡ ਲੇਆਊਟ ਦਰਸਾਉਂਦਾ ਹੈ ਕਿ ਅਸੀਂ ਆਪਣੀ ਸਲਾਈਡ ਵਿੱਚ ਵੱਖ-ਵੱਖ ਤੱਤਾਂ ਦੇ ਡਿਜ਼ਾਈਨ ਅਤੇ ਉਸ ਦੀ ਪਲੇਸਮੈਂਟ ਨੂੰ ਨਿਰਧਾਰਿਤ ਕਰ ਸਕਦੇ ਹਾਂ। ਜਿਸ ਤਰ੍ਹਾਂ ਦਾ ਵੀ ਤੁਹਾਡੀ ਸਲਾਈਡ ਦਾ ਜਿਹੜਾ ਸਟਰਕਚਰ ਹੈ, ਤੁਹਾਨੂੰ ਕਿਸ ਤਰ੍ਹਾਂ ਦੀ ਸਲਾਈਡ ਚਾਹੀਦੀ ਹੈ, ਉਸ ਤਰ੍ਹਾਂ ਦੇ ਨਾਲ ਤੁਸੀਂ ਆਪਣੀ ਲੋੜ ਦੇ ਮੁਤਾਬਕ ਜਿਹੜੇ ਆਫਿਸ ਥੀਮ ਹੈ ਇਹਨਾਂ ਵਿੱਚੋਂ ਉਸ ਸਲਾਈਡ ਦੀ ਚੋਣ ਕਰ ਸਕਦੇ ਹੋ। ਸੋ ਸਲਾਈਡ ਲੇਆਊਟ ਦੀ ਮਦਦ ਨਾਲ ਅਸੀਂ ਆਪਣਾ ਮਨਪਸੰਦ ਆਬਜੈਕਟ ਦਾਖਲ ਕਰਨ ਲਈ ਸੰਬੰਧਿਤ ਲੇਆਊਟ ਦੀ ਚੋਣ ਕਰਕੇ ਦਾਖਲ ਕਰ ਸਕਦੇ ਹਾਂ। ਸੋ ਹੁਣ ਅਸੀਂ ਸਲਾਈਡ ਦੇ ਲੇਆਊਟ ਨੂੰ ਬਦਲਣ ਦੇ ਬਾਰੇ ਸਿੱਖਾਂਗੇ। ਸੋ ਮੰਨ ਲਓ ਅਸੀਂ ਦੂਸਰੇ ਨੰਬਰ ਦੀ ਸਲਾਈਡ ਨੂੰ ਸਿਲੈਕਟ ਕੀਤਾ ਹੋਇਆ। ਇਸ ਵਿੱਚ ਸਾਨੂੰ ਕਲਿੱਕ ਟੂ ਐਡ ਟਾਈਟਲ ਅਤੇ ਕਲਿੱਕ ਟੂ ਐਡ ਆਬਜੈਕਟ ਨਜ਼ਰ ਆ ਰਹੇ। ਮੈਂ ਚਾਹੁੰਦਾ ਹਾਂ ਵੀ ਮੇਰੇ ਕੋਲ ਸਿਰਫ ਇੱਕ ਟਾਈਟਲ ਆਵੇ, ਜਿਹੜਾ ਸਬ ਟਾਈਟਲ ਆ ਉਹ ਮੈਂ ਨਹੀਂ ਲੈਣਾ ਚਾਹੁੰਦਾ। ਉਸ ਲਈ ਦੁਬਾਰਾ ਸਾਨੂੰ ਕੀ ਕਰਨਾ ਪਏਗਾ, ਅਸੀਂ ਦੁਬਾਰਾ ਜਾਵਾਂਗੇ ਹੋਮ ਟੈਬ 'ਚ। ਹੋਮ ਟੈਬ ਦੇ ਵਿੱਚ ਤੁਹਾਨੂੰ ਲੇਆਊਟ ਜਿਹੜੀ ਕਮਾਂਡ ਨਜ਼ਰ ਆ ਰਹੀ ਹੈ ਸਲਾਈਡ ਗਰੁੱਪ ਦੇ ਅੰਦਰ। ਸੋ ਲੇਆਊਟ ਟੈਬ 'ਤੇ ਜਿਵੇਂ ਅਸੀਂ ਕਲਿੱਕ ਕਰਾਂਗੇ ਇਸ ਵਿੱਚ ਇੱਕ ਡਰੋਪ ਡਾਊਨ ਲਿਸਟ ਓਪਨ ਹੋ ਜਾਏਗੀ। ਇਸ ਵਿੱਚ ਮੰਨ ਲਓ ਮੈਨੂੰ ਸਿਰਫ ਇੱਕ ਟਾਈਟਲ ਚਾਹੀਦਾ ਸਲਾਈਡ ਦਾ। ਇਸ 'ਤੇ ਆਪਾਂ ਕਲਿੱਕ ਕਰਾਂਗੇ। ਹੁਣ ਤੁਸੀਂ ਦੇਖ ਪਾ ਰਹੇ ਹੋ ਇਹਦੇ ਵਿੱਚ ਇੱਕ ਟਾਈਟਲ ਆ ਰਿਹਾ ਤੇ ਇੱਕ ਸਬ ਟਾਈਟਲ ਆ ਰਿਹਾ। ਜਿਹੜੇ ਆਬਜੈਕਟ ਵਗੈਰਾ ਸੀਗੇ ਉਹ ਇਸ ਵਿੱਚ ਸਾਨੂੰ ਨਜ਼ਰ ਨਹੀਂ ਆ ਰਹੀ, ਜਦ ਕਿ ਤੀਸਰੀ ਸਲਾਈਡ ਆਪਾਂ ਦੂਸਰੀ ਸਲਾਈਡ ਵਾਂਗ ਸੇਮ ਲਈ ਸੀਗੀ। ਇਹਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਇਹਦੇ ਵਿੱਚ ਜਿਹੜੇ ਵੱਖ-ਵੱਖ ਤਰ੍ਹਾਂ ਦੇ ਆਬਜੈਕਟ ਆ ਉਸ ਵਿੱਚ ਨਜ਼ਰ ਆ ਰਹੇ ਆ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਹੋਮ ਟੈਬ ਦੇ ਵਿੱਚ ਸਲਾਈਡ ਗਰੁੱਪ ਦੇ ਲੇਆਊਟ ਟੈਬ 'ਤੇ ਕਲਿੱਕ ਕਰਕੇ ਅਸੀਂ ਆਪਣੀ ਜਿਹੜੀ ਸਲਾਈਡ ਆ ਉਸਦਾ ਜਿਹੜਾ ਲੇਆਊਟ ਹੈ ਉਹ ਬਦਲ ਸਕਦੇ ਹਾਂ। ਜਿਸ ਤਰ੍ਹਾਂ ਦਾ ਵੀ ਲੇਆਊਟ ਤੁਹਾਨੂੰ ਚਾਹੀਦਾ ਹੈ ਉਸ ਨੂੰ ਤੁਸੀਂ ਆਪਣੀ ਲੋੜ ਮੁਤਾਬਕ ਚੁਣ ਸਕਦੇ ਹੋ। ਅਗਲਾ ਸਾਡੇ ਕੋਲ ਟੌਪਿਕ ਹੈ ਸਲਾਈਡ ਦਿੱਖ ਬਦਲਣਾ। ਸੋ ਅਸੀਂ ਆਪਣੀ ਪਾਵਰਪੁਆਇੰਟ ਵਿੱਚ ਨਜ਼ਰ ਆ ਰਹੀ ਚਿੱਟੀ ਬੈਕਗਰਾਊਂਡ ਦੀ ਦਿੱਖ ਨੂੰ ਬਿਹਤਰ ਬਣਾਉਣ ਲਈ ਉਸਦੀ ਦਿੱਖ ਨੂੰ ਕਈ ਤਰੀਕਿਆਂ ਰਾਹੀਂ ਬਦਲ ਸਕਦੇ ਹਾਂ, ਜਿਵੇਂ ਕਿ ਬੈਕਗਰਾਊਂਡ ਡਿਜ਼ਾਈਨ ਲਗਾਉਣਾ, ਦੂਸਰਾ ਕਲਰ ਸਕੀਮ, ਤੀਸਰਾ ਬੈਕਗਰਾਊਂਡ ਕਲਰ, ਚੌਥਾ ਟੈਕਸਚਰ ਅਤੇ ਪੰਜਵਾਂ ਪੈਟਰਨ ਅਤੇ ਗ੍ਰੇਡੀਐਂਟ। ਅਗਲਾ ਸਾਡੇ ਕੋਲ ਟੌਪਿਕ ਹੈ ਥੀਮ ਨਾਲ ਕੰਮ ਕਰਨਾ। ਸੋ ਥੀਮ ਪਹਿਲਾਂ ਤੋਂ ਹੀ ਪਰਿਭਾਸ਼ਿਤ ਕੀਤੇ ਹੋਏ ਫੌਂਟ ਅਤੇ ਵਿਜ਼ੂਅਲ ਇਫੈਕਟ ਦਾ ਸਮੂਹ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੀ ਪ੍ਰੈਜੈਂਟੇਸ਼ਨ ਨੂੰ ਪ੍ਰੋਫੈਸ਼ਨਲ ਦਿਖਣ ਵਾਲੀ ਪ੍ਰੈਜੈਂਟੇਸ਼ਨ ਵਾਂਗ ਦਰਸਾ ਸਕਦੇ ਹਾਂ। ਸੋ ਜਿਵੇਂ ਤੁਸੀਂ ਸੱਜੇ ਪਾਸੇ ਚਿੱਤਰ ਵੀ ਦੇਖ ਪਾ ਰਹੇ ਹੋ ਤਾਂ ਅਸੀਂ ਡਿਜ਼ਾਈਨ ਟੈਬ ਦੇ ਵਿੱਚ ਥੀਮਸ ਆਪਸ਼ਨ ਓਪਨ ਕੀਤਾ ਹੋਇਆ। ਜਿਵੇਂ ਤੁਸੀਂ ਸਕਰੀਨ 'ਤੇ ਕਾਫੀ ਸਾਰੇ ਛੋਟੇ-ਛੋਟੇ ਆਈਕਨ ਦੇਖ ਪਾ ਰਹੇ ਹੋ, ਇਹ ਸਾਰੇ ਵੱਖ-ਵੱਖ ਤਰ੍ਹਾਂ ਦੇ ਥੀਮ ਨੂੰ ਦਰਸਾ ਰਿਹਾ। ਸੋ ਜਿਸ ਵੀ ਤੁਸੀਂ ਇਮੇਜ 'ਤੇ ਕਲਿੱਕ ਕਰੋਗੇ ਸੋ ਉਸ ਇਮੇਜ ਨਾਲ ਸੰਬੰਧਿਤ ਜਿਹੜੇ ਫੌਂਟਸ, ਵਿਜ਼ੂਅਲ ਇਫੈਕਟ ਜਾਂ ਜੋ ਵੀ ਫੌਂਟ ਦੇ ਡਿਜ਼ਾਈਨ ਹੈ ਉਹ ਸਾਰੇ ਤੁਹਾਡੇ ਉਸ ਪ੍ਰੈਜੈਂਟੇਸ਼ਨ ਵਿੱਚ ਲਾਗੂ ਹੋ ਜਾਣਗੇ। ਸੋ ਥੀਮ ਦੀ ਵਰਤੋਂ ਕਰਨ ਨਾਲ ਸਾਡੀ ਪ੍ਰੈਜੈਂਟੇਸ਼ਨ ਆਕਰਸ਼ਕ ਅਤੇ ਇਕਸਾਰ ਨਜ਼ਰ ਆਉਂਦੀ ਹੈ। ਸੋ ਹੁਣ ਅਸੀਂ ਆਪਣੀ ਸਲਾਈਡ ਦੀ ਦਿੱਖ ਬਦਲਣ ਬਾਰੇ ਸਿੱਖਾਂਗੇ, ਜਿਸ ਵਿੱਚ ਅਸੀਂ ਥੀਮ ਨਾਲ ਕੰਮ ਕਰਨ ਬਾਰੇ ਸਿੱਖਾਂਗੇ। ਸੋ ਥੀਮ ਸਾਨੂੰ ਮੈਨੂਅਲ ਫਾਰਮੈਟਿੰਗ ਤੋਂ ਬਚਾਉਂਦੇ ਹੋਏ ਸਾਡੇ ਸਲਾਈਡ ਦੇ ਕੰਟੈਂਟ ਨੂੰ ਆਕਰਸ਼ਕ ਅਤੇ ਇਕਸਾਰ ਬਣਾਉਣ ਵਿੱਚ ਮਦਦ ਕਰਦੇ ਹਨ। ਸੋ ਆਓ ਅਸੀਂ ਹੁਣ ਥੀਮਸ ਨੂੰ ਲਾਗੂ ਕਰਨ ਦੇ ਸਟੈਪਸ ਬਾਰੇ ਜਾਣਦੇ ਹਾਂ। ਸੋ ਥੀਮਸ ਨੂੰ ਲਾਗੂ ਕਰਨ ਦੇ ਲਈ ਸਭ ਤੋਂ ਪਹਿਲਾਂ ਸਾਨੂੰ ਹੋਮ ਟੈਬ ਦੇ ਨਾਲ ਇਨਸਰਟ ਤੇ ਡਿਜ਼ਾਈਨ ਟੈਬ 'ਤੇ ਕਲਿੱਕ ਕਰਨਾ ਪਏਗਾ।
ਡਿਜ਼ਾਈਨ ਟੈਬ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਥੀਮਸ ਗਰੁੱਪ ਨਜ਼ਰ ਆ ਰਿਹਾ। ਇਸ ਥੀਮਸ ਗਰੁੱਪ ਦੇ ਸੱਜੇ ਪਾਸੇ ਇੱਕ ਡ੍ਰੌਪ ਡਾਊਨ ਬਟਨ ਲੱਗਾ ਹੋਇਆ। ਜਿਵੇਂ ਹੀ ਅਸੀਂ ਇਸ ਬਟਨ ਤੇ ਕਲਿੱਕ ਕਰਾਂਗੇ, ਇਸ ਵਿੱਚ ਤੁਹਾਨੂੰ ਇਹ ਕਾਫੀ ਸਾਰੀਆਂ ਥੀਮਸ ਆਈਕਨ ਜ਼ਰੂਰ ਨਜ਼ਰ ਆ ਰਹੀਆਂ। ਤੁਸੀਂ ਸਕਰੀਨ ਤੇ ਦੇਖ ਪਾ ਰਹੇ ਹੋ, ਜਿਸ ਵੀ ਆਈਕਨ ਤੇ ਮੈਂ ਚੇਂਜ ਕਰ ਰਿਹਾ ਥੀਮ ਤੇ, ਤਾਂ ਸਾਡੀ ਜਿਹੜੀ ਸਲਾਈਡ ਆ ਉਸ ਦੀ ਦਿੱਖ ਉਸ ਦੇ ਮੁਤਾਬਕ ਬਦਲ ਰਹੀ ਹੈ। ਤਾਂ ਇਸ ਵਿੱਚੋਂ ਜਿਹੜੀ ਵੀ ਥੀਮ ਤੁਸੀਂ ਲਾਗੂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਦੀ ਚੋਣ ਕਰ ਸਕਦੇ ਹੋ। ਸੋ ਮੰਨ ਲਓ ਇਸ ਵਿੱਚ ਮੈਂ ਜਿਹੜੀ ਆ ਥੀਮ ਹੈ ਡਮਾਸਕ, ਇਹਦੀ ਮੈਂ ਜਿਵੇਂ ਹੀ ਚੋਣ ਕਰਾਂਗਾ ਤਾਂ ਤੁਸੀਂ ਦੇਖ ਪਾ ਰਹੇ ਹੋ ਇਸ ਵਿੱਚ ਹਰੇਕ ਜਿਹੜੀ ਸਲਾਈਡ ਹੈ ਉਸ ਦੇ ਵਿੱਚ ਇਸ ਦੀ ਬੈਕਗਰਾਊਂਡ ਦਾ ਕਲਰ ਵੀ ਚੇਂਜ ਹੋ ਗਿਆ ਹੈ। ਸਾਡਾ ਜਿਹੜਾ ਟਾਈਟਲ ਹੈ ਉਸ ਦਾ ਵੀ ਜਿਹੜਾ ਫੌਂਟ ਹੈ ਉਹ ਚੇਂਜ ਹੋ ਚੁੱਕਿਆ ਹੈ। ਸੋ ਥੀਮਸ ਪਹਿਲਾਂ ਤੋਂ ਹੀ ਥੀਮਸ ਦੇ ਵਿੱਚ ਪਹਿਲਾਂ ਤੋਂ ਹੀ ਬਣੇ ਬਣਾਏ ਫੌਂਟ, ਟੈਕਸਟ ਅਤੇ ਵਿਜ਼ੂਅਲ ਇਫੈਕਟ ਹੁੰਦੇ ਨੇ, ਜੋ ਸਾਡੇ ਇੱਕ ਸਲਾਈਡ ਤੇ ਅਪਲਾਈ ਕਰਨ ਦੇ ਨਾਲ ਸਾਰੀਆਂ ਸਲਾਈਡਾਂ ਤੇ ਅਪਲਾਈ ਹੋ ਜਾਂਦੇ ਨੇ। ਇਸ ਦੇ ਲਈ ਸਾਨੂੰ ਮੈਨੂਅਲੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਸੈਟਿੰਗ ਨਹੀਂ ਕਰਨੀ ਪੈਂਦੀ। ਸੋ ਅਗਲਾ ਸਾਡੇ ਕੋਲ ਹੁਣ ਟੌਪਿਕ ਹੈ ਬੈਕਗਰਾਊਂਡ ਸਟਾਈਲ ਬਦਲਣਾ। ਸੋ ਬੈਕਗਰਾਊਂਡ ਤਸਵੀਰਾਂ ਜਾਂ ਡਿਜ਼ਾਈਨ ਉਹ ਐਲੀਮੈਂਟ ਹੁੰਦੇ ਹਨ ਜਿਨ੍ਹਾਂ ਨੂੰ ਸਲਾਈਡ ਵਿੱਚ ਟੈਕਸਟ, ਚਿੱਤਰ, ਚਾਰਟ ਆਦਿ ਦੇ ਪਿਛਲੇ ਪਾਸੇ ਲਗਾਇਆ ਜਾਂਦਾ ਹੈ। ਸੋ ਬੈਕਗਰਾਊਂਡ ਸਟਾਈਲ ਥੀਮ ਕਲਰ ਦੇ ਆਧਾਰ ਤੇ ਫਿਲ ਵੇਰੀਏਸ਼ਨ ਹੁੰਦੀਆਂ ਹਨ, ਜੋ ਕਿ ਥੀਮ ਨੂੰ ਬਦਲਣ ਤੇ ਬੈਕਗਰਾਊਂਡ ਸਟਾਈਲ ਨੂੰ ਵੀ ਨਵੇਂ ਸਿਲੈਕਟ ਕੀਤੇ ਹੋਏ ਥੀਮ ਦੇ ਰੰਗਾਂ ਦੇ ਆਧਾਰ ਤੇ ਅਪਡੇਟ ਕਰ ਦਿੰਦੇ ਹਨ। ਹੁਣ ਅਸੀਂ ਬੈਕਗਰਾਊਂਡ ਬਦਲਣ ਦੇ ਸਟੈਪਸ ਬਾਰੇ ਜਾਣਾਂਗੇ, ਜਿਸ ਵਿੱਚ ਪਹਿਲਾ ਸਟੈਪ ਹੈ ਡਿਜ਼ਾਈਨ ਟੈਬ ਤੇ ਕਲਿੱਕ ਕਰੋ। ਦੂਸਰਾ ਪੁਆਇੰਟ ਹੈ ਬੈਕਗਰਾਊਂਡ ਗਰੁੱਪ ਵਿੱਚ ਬੈਕਗਰਾਊਂਡ ਸਟਾਈਲ ਬਟਨ ਤੇ ਕਲਿੱਕ ਕਰੋ। ਤੀਸਰਾ ਪੁਆਇੰਟ ਹੈ ਬੈਕਗਰਾਊਂਡ ਸਟਾਈਲ ਡ੍ਰੌਪ ਡਾਊਨ ਗੈਲਰੀ ਖੁੱਲੇਗੀ, ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਵਿੱਚ ਦੇਖੋਗੇ, ਜਿਸ ਵਿੱਚ ਪਹਿਲਾਂ ਤੋਂ ਹੀ ਪਰਿਭਾਸ਼ਿਤ 12 ਬੈਕਗਰਾਊਂਡ ਸਟਾਈਲ ਦਿਖਾਈ ਦੇਣਗੇ। ਸੋ ਕਿਸੇ ਵੀ ਸਟਾਈਲ ਨੂੰ ਸਿਲੈਕਟ ਕਰਨ ਲਈ ਉਸ ਉੱਪਰ ਕਲਿੱਕ ਕਰੋ। ਇਸ ਤਰ੍ਹਾਂ ਸਿਲੈਕਟ ਕੀਤੀ ਗਈ ਨਵੀਂ ਬੈਕਗਰਾਊਂਡ ਸਲਾਈਡ ਉੱਪਰ ਲਾਗੂ ਹੋ ਜਾਵੇਗੀ। ਸੋ ਹੁਣ ਅਸੀਂ ਬੈਕਗਰਾਊਂਡ ਸਟਾਈਲ ਬਦਲਣ ਦੇ ਸਟੈਪਸ ਬਾਰੇ ਸਿੱਖਾਂਗੇ। ਸੋ ਬੈਕਗਰਾਊਂਡ ਸਟਾਈਲ ਬਦਲਣ ਦੇ ਸਟੈਪ ਸਿੱਖਣ ਤੋਂ ਪਹਿਲਾਂ ਅਸੀਂ ਜਾਣ ਲੈਂਦੇ ਹਾਂ ਵੀ ਬੈਕਗਰਾਊਂਡ ਕੀ ਹੁੰਦੀ ਹੈ। ਸਾਡੀਆਂ ਸਲਾਈਡਾਂ 'ਤੇ ਜੋ ਵੀ ਟੈਕਸਟ, ਚਾਰਟ, ਚਿੱਤਰ ਜਾਂ ਹੋਰ ਚੀਜ਼ਾਂ ਜੋ ਅਸੀਂ ਸਲਾਈਡਾਂ 'ਤੇ ਪੇਸ਼ ਕਰ ਰਹੇ ਹੁੰਦੇ ਹਾਂ, ਉਹਨਾਂ ਦੇ ਪਿੱਛੇ ਰੱਖੀਆਂ ਗਈਆਂ ਤਸਵੀਰਾਂ ਜਾਂ ਡਿਜ਼ਾਈਨ ਐਲੀਮੈਂਟ ਨੂੰ ਪਾਵਰ ਪੁਆਇੰਟ ਬੈਕਗਰਾਊਂਡ ਕਿਹਾ ਜਾਂਦਾ ਹੈ। ਸੋ ਜਿਵੇਂ ਕਿ ਤੁਸੀਂ ਸਲਾਈਡ ਦੇ ਪਿੱਛੇ ਦੇਖ ਪਾ ਰਹੇ ਹੋ, ਅਸੀਂ ਇੱਕ ਥੀਮ ਇਸ ਸਲਾਈਡ ਦੇ ਉੱਪਰ ਲਾਗੂ ਕੀਤੀ ਹੋਈ ਹੈ, ਜਿਸ ਦੇ ਪਿੱਛੇ ਇਹ ਸਾਨੂੰ ਇੱਕ ਫੋਟੋ ਨਜ਼ਰ ਆ ਰਹੀ ਹੈ, ਜਿਸ ਨੂੰ ਵੀ ਅਸੀਂ ਬੈਕਗਰਾਊਂਡ ਸਟਾਈਲ ਹੀ ਕਹਾਂਗੇ। ਸੋ ਅਸੀਂ ਇਸ ਬੈਕਗਰਾਊਂਡ ਸਟਾਈਲ ਨੂੰ ਆਪਣੀ ਲੋੜ ਦੇ ਮੁਤਾਬਕ ਬਦਲ ਵੀ ਸਕਦੇ ਹਾਂ। ਸੋ ਇਸ ਬੈਕਗਰਾਊਂਡ ਸਟਾਈਲ ਨੂੰ ਬਦਲਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਡਿਜ਼ਾਈਨ ਟੈਬ ਤੇ ਕਲਿੱਕ ਕਰਾਂਗੇ। ਡਿਜ਼ਾਈਨ ਟੈਬ ਤੇ ਕਲਿੱਕ ਕਰਨ ਤੋਂ ਬਾਅਦ ਜਿਹੜਾ ਵੇਰੀਐਂਟ ਗਰੁੱਪ ਤੁਹਾਨੂੰ ਨਜ਼ਰ ਆ ਰਿਹਾ, ਵੇਰੀਐਂਟ ਗਰੁੱਪ ਦੇ ਨਾਲ ਜਿਹੜਾ ਡ੍ਰੌਪ ਡਾਊਨ ਬਾਕਸ ਲੱਗਾ ਹੋਇਆ, ਬਟਨ ਲੱਗਾ ਹੋਇਆ, ਅਸੀਂ ਜਿਵੇਂ ਹੀ ਇਸ ਤੇ ਕਲਿੱਕ ਕਰਾਂਗੇ, ਇਸ ਵਿੱਚ ਕਲਰ, ਫੌਂਟ, ਇਫੈਕਟ ਥੱਲੇ ਬੈਕਗਰਾਊਂਡ ਸਟਾਈਲ ਨਜ਼ਰ ਆ ਰਿਹਾ। ਸੋ ਇਸ ਬੈਕਗਰਾਊਂਡ ਸਟਾਈਲ ਦੇ ਵਿੱਚ ਸਾਨੂੰ 12 ਤਰ੍ਹਾਂ ਦੇ ਜਿਹੜੇ ਬੈਕਗਰਾਊਂਡ ਸਟਾਈਲ ਨਜ਼ਰ ਆ ਰਹੇ, ਤਾਂ ਅਸੀਂ ਇਹਨਾਂ ਵਿੱਚੋਂ ਕਿਸੇ ਵੀ ਇੱਕ ਬੈਕਗਰਾਊਂਡ ਸਟਾਈਲ ਦੀ ਚੋਣ ਕਰ ਸਕਦੇ ਹਾਂ। ਜਿਵੇਂ ਮੰਨ ਲਓ ਮੈਂ ਸਟਾਈਲ ਨੰਬਰ 9 ਤੇ ਕਲਿੱਕ ਕਰਦਾ ਹਾਂ, ਤੇ ਇਹ ਜਿਹੜੀ ਬੈਕਗਰਾਊਂਡ ਸਟਾਈਲ ਆ ਉਹ ਮੇਰੀ ਸਾਰੀ ਸਲਾਈਡਸ ਤੇ ਇੱਥੇ ਤੁਸੀਂ ਦੇਖ ਪਾ ਰਹੇ ਹੋ, ਸਲਾਈਡ ਥੰਬਨੇਲ ਤੇ ਹਰੇਕ ਸਲਾਈਡ ਤੇ ਉਹ ਸੇਮ ਜਿਹੜਾ ਬੈਕਗਰਾਊਂਡ ਸਟਾਈਲ ਲਾਗੂ ਹੋ ਜਾਵੇਗਾ। ਇਸੇ ਤਰ੍ਹਾਂ ਦੇ ਨਾਲ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਹ ਜਿਹੜਾ ਬੈਕਗਰਾਊਂਡ ਸਟਾਈਲ ਆ ਤੁਸੀਂ ਨਹੀਂ ਅਪਲਾਈ ਕਰਨਾ, ਦੁਬਾਰਾ ਤੁਸੀਂ ਵੇਰੀਐਂਟ ਤੇ ਡ੍ਰੌਪ ਡਾਊਨ ਬਟਨ ਤੇ ਕਲਿੱਕ ਕਰਕੇ ਬੈਕਗਰਾਊਂਡ ਸਟਾਈਲ ਤੇ ਜਾਓਗੇ, ਤਾਂ ਇੱਥੋਂ ਤੁਸੀਂ ਕਿਸੇ ਹੋਰ ਕਲਰ ਦੀ ਵੀ ਜਿਹੜੀ ਚੋਣ ਹੈ ਉਹ ਇੱਥੋਂ ਕਰ ਸਕਦੇ ਹੋ। ਅਗਲਾ ਸਾਡੇ ਕੋਲ ਟੌਪਿਕ ਹੈ ਫਾਰਮੈਟ ਬੈਕਗਰਾਊਂਡ। ਸੋ ਫਾਰਮੈਟ ਬੈਕਗਰਾਊਂਡ ਦੀ ਵਰਤੋਂ ਕਰਦੇ ਹੋਏ ਅਸੀਂ ਬੈਕਗਰਾਊਂਡ ਤੇ ਇੱਕ ਠੋਸ ਰੰਗ, ਗ੍ਰੇਡੀਐਂਟ, ਪਿਕਚਰ ਜਾਂ ਟੈਕਸਚਰ ਫਿਲ ਜਾਂ ਕੋਈ ਹੋਰ ਪੈਟਰਨ ਲਾਗੂ ਕਰ ਸਕਦੇ ਹਾਂ। ਹੁਣ ਅੱਗੇ ਅਸੀਂ ਫਾਰਮੈਟ ਬੈਕਗਰਾਊਂਡ ਬਦਲਣ ਦੇ ਸਟੈਪਸ ਬਾਰੇ ਜਾਣਾਂਗੇ। ਸਭ ਤੋਂ ਪਹਿਲਾ ਸਟੈਪ ਹੈ ਡਿਜ਼ਾਈਨ ਟੈਬ ਤੇ ਕਲਿੱਕ ਕਰੋ, ਕਸਟਮਾਈਜ਼ ਗਰੁੱਪ ਵਿੱਚੋਂ ਫਾਰਮੈਟ ਬੈਕਗਰਾਊਂਡ ਤੇ ਕਲਿੱਕ ਕਰੋ। ਤੀਸਰਾ ਹੈ ਫਾਰਮੈਟ ਬੈਕਗਰਾਊਂਡ ਡ੍ਰੌਪ ਡਾਊਨ ਵਿੰਡੋ ਖੁੱਲੇਗੀ, ਜਿਸ ਵਿੱਚ ਮੌਜੂਦ ਫਿਲ ਆਪਸ਼ਨ ਵਿੱਚ ਮੌਜੂਦ ਸੋਲਿਡ ਫਿਲ, ਗ੍ਰੇਡੀਐਂਟ ਫਿਲ, ਪਿਕਚਰ ਔਰ ਟੈਕਸਚਰ ਫਿਲ ਜਾਂ ਪੈਟਰਨ ਫਿਲ ਵਰਗੀਆਂ ਆਪਸ਼ਨਾਂ ਨਜ਼ਰ ਆਉਣਗੀਆਂ, ਜਿਵੇਂ ਕਿ ਤੁਸੀਂ ਸੱਜੇ ਚਿੱਤਰ ਵਿੱਚ ਦੇਖ ਪਾ ਰਹੇ ਹੋ। ਇਹਨਾਂ ਆਪਸ਼ਨਾਂ ਵਿੱਚੋਂ ਕਿਸੇ ਵੀ ਇੱਕ ਦੀ ਚੋਣ ਕਰੋ ਅਤੇ ਕਲਰ ਸਿਲੈਕਟ ਕਰੋ।
ਸੋ ਇਸ ਤਰ੍ਹਾਂ ਦੇ ਨਾਲ ਤੁਸੀਂ ਆਪਣੀ ਜਿਹੜੀ ਪ੍ਰੈਜੈਂਟੇਸ਼ਨ ਹੈ ਉਹ ਜਿਹੜੀ ਬੈਕਗਰਾਉਂਡ ਹੈ ਉਸ ਨੂੰ ਫਾਰਮੈਟ ਕਰ ਸਕਦੇ ਹੋ। ਸੋ ਬੈਕਗਰਾਉਂਡ ਸਟਾਈਲ ਤੋਂ ਇਲਾਵਾ ਅਸੀਂ ਬੈਕਗਰਾਉਂਡ ਨੂੰ ਇੱਕ ਠੋਸ ਰੰਗ, ਸੋਲਿਡ ਕਲਰ, ਗ੍ਰੇਡੀਅੰਟ ਕਲਰ, ਪਿਕਚਰ ਔਰ ਟੈਕਸਚਰ ਕਲਰ ਜਾਂ ਇੱਥੇ ਤੱਕ ਕਿ ਕਿਸੇ ਪੈਟਰਨ ਵਿੱਚ ਵੀ ਬਦਲ ਸਕਦੇ ਹਾਂ। ਸੋ ਫਾਰਮੈਟ ਬੈਕਗਰਾਉਂਡ ਡਾਇਲੌਗ ਬਾਕਸ ਨੂੰ ਓਪਨ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਡਿਜ਼ਾਈਨ ਟੈਬ 'ਚ ਜਾਵਾਂਗੇ। ਡਿਜ਼ਾਈਨ ਟੈਬ ਦੇ ਲਾਸਟ ਵਿੱਚ ਕਸਟਮਾਈਜ਼ ਦੇ ਉੱਪਰ ਸਾਨੂੰ ਫਾਰਮੈਟ ਬੈਕਗਰਾਉਂਡ ਦਾ ਆਪਸ਼ਨ ਨਜ਼ਰ ਆ ਰਿਹਾ। ਸੋ ਜਿਵੇਂ ਹੀ ਅਸੀਂ ਇਸ ਤੇ ਕਲਿੱਕ ਕਰਾਂਗੇ ਤੁਸੀਂ ਦੇਖ ਪਾ ਰਹੇ ਹੋ ਫਾਰਮੈਟ ਬੈਕਗਰਾਉਂਡ ਦਾ ਇੱਕ ਡਾਇਲੌਗ ਬਾਕਸ ਕੁਝ ਇਸ ਤਰ੍ਹਾਂ ਦੇ ਨਾਲ ਓਪਨ ਹੋ ਚੁੱਕਿਆ ਹੈ। ਇਸ ਵਿੱਚ ਸਾਡੇ ਕੋਲ ਫਿਲ ਦੇ ਅੰਦਰ ਕਾਫੀ ਸਾਰੇ ਆਪਸ਼ਨ ਹੈ। ਸੋਲਿਡ ਫਿਲ, ਗ੍ਰੇਡੀਅੰਟ ਫਿਲ, ਪਿਕਚਰ ਔਰ ਟੈਕਸਚਰ ਫਿਲ, ਪੈਟਰਨ ਫਿਲ ਔਰ ਹਾਈਡ ਬੈਕਗਰਾਉਂਡ ਗ੍ਰਾਫਿਕਸ। ਸੋ ਫਿਲ ਗ੍ਰਾਫਿਕਸ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਹੈ ਸੋਲਿਡ ਫਿਲ। ਸੋ ਇਹ ਆਪਸ਼ਨ ਸਾਡੀ ਸਲਾਈਡ ਵਿੱਚ ਇੱਕ ਠੋਸ ਰੰਗ ਦੀ ਬੈਕਗਰਾਉਂਡ ਨੂੰ ਦਾਖਲ ਕਰਨ ਲਈ ਵਰਤਿਆ ਜਾਂਦਾ ਹੈ। ਇਸ ਆਪਸ਼ਨ ਦੀ ਵਰਤੋਂ ਦੇ ਨਾਲ ਥੀਮ ਕਲਰ, ਸਟੈਂਡਰਡ ਕਲਰ ਜਾਂ ਆਪਣੀ ਪਸੰਦ ਦੇ ਕਿਸੇ ਹੋਰ ਰੰਗ ਦੀ ਵਰਤੋਂ ਬੈਕਗਰਾਉਂਡ ਸੈੱਟ ਕਰਨ ਲਈ ਕੀਤੀ ਜਾ ਸਕਦੀ ਹੈ। ਤਾਂ ਇਸ ਵਿੱਚ ਜਿਵੇਂ ਹੀ ਅਸੀਂ ਸੋਲਿਡ ਫਿਲ ਨੂੰ ਸਿਲੈਕਟ ਕੀਤਾ ਉਸ ਤੋਂ ਬਾਅਦ ਅਸੀਂ ਕਲਰ ਦੇ ਵਿੱਚ ਇਸ ਡ੍ਰੌਪ ਡਾਊਨ 'ਤੇ ਕਲਿੱਕ ਕਰਾਂਗੇ ਤਾਂ ਇਸ ਵਿੱਚ ਕਾਫੀ ਸਾਰੇ ਕਲਰ ਸਾਨੂੰ ਨਜ਼ਰ ਆ ਰਹੇ ਹੈ। ਸੋ ਮੰਨ ਲਓ ਇਸ ਵਿੱਚ ਮੈਂ ਵਾਇਲਟ ਜਿਹੜਾ ਕਲਰ ਹੈ ਉਹ ਸਿਲੈਕਟ ਕੀਤਾ ਹੈ। ਸੋ ਉਹ ਜਿਹੜਾ ਕਲਰ ਉਹ ਸਾਡੇ ਇਸ ਸਲਾਈਡ 'ਤੇ ਨਜ਼ਰ ਆ ਰਿਹਾ ਹੈ। ਉਸ ਤੋਂ ਇਲਾਵਾ ਅਸੀਂ ਇਸਦੀ ਟਰਾਂਸਪੇਰੈਂਸੀ ਚੈੱਕ ਕਰਦੇ ਲਗਾ ਸਕਦੇ ਹਾਂ ਕਿ ਇਹ ਸਾਨੂੰ ਫਿੱਕੀ ਚਾਹੀਦੀ ਹੈ ਜਾਂ ਗਾੜੀ ਚਾਹੀਦੀ ਹੈ। ਜਿੱਦਾਂ ਅਸੀਂ ਹੁਣ ਗਾੜੀ ਕਰ ਰਹੇ ਹਾਂ, ਜਿਸ 'ਤੇ ਇੱਥੇ ਕਲਿੱਕ ਕਰਦੇ ਨੇ ਤੇ ਇਸ ਦਾ ਰੰਗ ਉਸ ਦੇ ਮੁਤਾਬਕ ਚੇਂਜ ਹੋ ਰਿਹਾ ਹੈ। ਸੋ ਜੋ ਵੀ ਤੁਸੀਂ ਕਲਰ ਜਾਂ ਟਰਾਂਸਪੇਰੈਂਸੀ ਲੈਵਲ ਜਿੰਨਾ ਵੀ ਤੁਸੀਂ ਸੈੱਟ ਕਰਨਾ ਹੈ ਉਸ ਨੂੰ ਕਰਨ ਤੋਂ ਬਾਅਦ ਜਿਵੇਂ ਹੀ ਅਸੀਂ ਅਪਲਾਈ ਟੂ ਆਲ ਕਰਾਂਗੇ ਤਾਂ ਇਸ ਬਾਕੀ ਸਾਰੀ ਸਲਾਈਡਾਂ 'ਤੇ ਇਹ ਸੇਮ ਜਿਹੜਾ ਕਲਰ ਹੈ ਉਹ ਅਪਲਾਈ ਹੋ ਜਾਵੇਗਾ। ਜਿਵੇਂ ਕਿ ਹੁਣ ਦੇਖ ਪਾ ਰਹੇ ਹੋ ਸੋ ਸੇਮ ਜਿਹੜਾ ਕਲਰ ਹੈ ਉਹ ਬਾਕੀ ਸਲਾਈਡ 'ਤੇ ਵੀ ਅਪਲਾਈ ਹੋ ਚੁੱਕਿਆ ਹੈ। ਉਸ ਤੋਂ ਬਾਅਦ ਦੂਸਰਾ ਆਪਸ਼ਨ ਹੈ ਸਾਡੇ ਕੋਲ ਗ੍ਰੇਡੀਅੰਟ ਫਿਲ ਦਾ। ਸੋ ਇੱਕ ਗ੍ਰੇਡੀਅੰਟ ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਮਿਸ਼ਰਣ ਹੁੰਦਾ ਹੈ ਜੋ ਇੱਕ ਦੂਜੇ ਵਿੱਚ ਮਰਜ ਜਾਂ ਰਲ ਮਿਲ ਜਾਂਦੇ ਹਨ। ਗ੍ਰੇਡੀਅੰਟ ਫਿਲ ਆਪਸ਼ਨ ਗ੍ਰੇਡੀਅੰਟ ਨੂੰ ਇੱਕ ਸਲਾਈਡ ਬੈਕਗਰਾਉਂਡ ਦੇ ਰੂਪ ਵਿੱਚ ਲਾਗੂ ਕਰਨ ਲਈ ਵਰਤਿਆ ਜਾਂਦਾ ਹੈ। ਗ੍ਰੇਡੀਅੰਟ ਫਿਲ ਰੇਡੀਓ ਬਟਨ 'ਤੇ ਕਲਿੱਕ ਕਰਕੇ ਅਸੀਂ ਗ੍ਰੇਡੀਅੰਟ ਦੇ ਨਾਲ ਬੈਕਗਰਾਉਂਡ ਨੂੰ ਫਾਰਮੈਟ ਕਰਨ ਦੀਆਂ ਬਹੁਤ ਸਾਰੀਆਂ ਆਪਸ਼ਨਾਂ ਵੇਖ ਸਕਦੇ ਹਾਂ। ਜਿਵੇਂ ਕਿ ਇਹ ਦੇਖ ਪਾ ਰਹੇ ਹੋ ਇਸ ਵਿੱਚ ਇਸ ਦੀ ਬੈਕਗਰਾਉਂਡ ਨੂੰ ਬਦਲਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਇਸ ਵਿੱਚ ਪ੍ਰੀਸੈਟਡ ਗ੍ਰੇਡੀਅੰਟ ਹੈ ਉਹਨਾਂ ਨੂੰ ਤੁਸੀਂ ਇਸ ਵਿੱਚ ਦੇਖ ਪਾ ਰਹੇ ਹੋ। ਸੋ ਜਿਹੜਾ ਵੀ ਪ੍ਰੀਸੈਟ ਗ੍ਰੇਡੀਅੰਟ ਮੰਨ ਲਓ ਮੈਂ ਇਸ ਨੂੰ ਸਿਲੈਕਟ ਕਰਦਾ ਹਾਂ ਤਾਂ ਉਸੇ ਫਾਰਮ ਵਿੱਚ ਉਹੀ ਜਿਹੜਾ ਗ੍ਰੇਡੀਅੰਟ ਜਿਹੜਾ ਪੈਟਰਨ ਹੈ ਜਾਂ ਉਸਦਾ ਜਿਹੜਾ ਗ੍ਰੇਡੀਅੰਟ ਕਲਰ ਹੈ ਉਹ ਤੁਹਾਡੀ ਸਲਾਈਡ 'ਤੇ ਅਪਲਾਈ ਹੋ ਜਾਵੇਗਾ। ਉਸ ਤੋਂ ਇਲਾਵਾ ਤੁਸੀਂ ਮੈਨੂਅਲੀ ਇਹਦੀ ਡਾਇਰੈਕਸ਼ਨ ਸੈੱਟ ਕਰਨੀ ਹੈ ਜਾਂ ਕਿਸ ਡਾਇਰੈਕਸ਼ਨ ਨੂੰ ਤੁਹਾਨੂੰ ਇਸਦਾ ਕਲਰ ਚਾਹੀਦਾ ਹੈ ਜਾਂ ਥੱਲੋਂ ਲਾਈਟ ਚਾਹੀਦਾ, ਜਿਸ ਵੀ ਤਰ੍ਹਾਂ ਦੀ ਤੁਹਾਨੂੰ ਡਾਇਰੈਕਸ਼ਨ ਚਾਹੀਦੀ ਹੈ ਉਸ ਡਾਇਰੈਕਸ਼ਨ ਦੀ ਚੋਣ ਤੁਸੀਂ ਇਸ ਵਿੱਚੋਂ ਕਰ ਸਕਦੇ ਹੋ। ਜੋ ਵੀ ਤੁਸੀਂ ਸੈਟਿੰਗ ਕਰਨ ਤੋਂ ਬਾਅਦ ਤੁਸੀਂ ਥੱਲੇ ਅਪਲਾਈ ਟੂ ਆਲ 'ਤੇ ਕਲਿੱਕ ਕਰੋਗੇ ਤਾਂ ਜਿਹੜਾ ਗ੍ਰੇਡੀਅੰਟ ਹੈ ਤੁਹਾਡੀ ਬਾਕੀ ਸਾਰੀਆਂ ਸਲਾਈਡਾਂ 'ਤੇ ਅਪਲਾਈ ਹੋ ਜਾਵੇਗਾ। ਗ੍ਰੇਡੀਅੰਟ ਫਿਲ ਤੋਂ ਬਾਅਦ ਸਾਡਾ ਅਗਲਾ ਆਪਸ਼ਨ ਹੈ ਪਿਕਚਰ ਔਰ ਟੈਕਸਚਰ ਫਿਲ। ਸੋ ਇਹ ਆਪਸ਼ਨ ਸਾਨੂੰ ਕਿਸੇ ਤਸਵੀਰ ਜਾਂ ਟੈਕਸਚਰ ਨੂੰ ਬੈਕਗਰਾਉਂਡ ਦੇ ਤੌਰ 'ਤੇ ਵਰਤਣ ਦੀ ਸਹੂਲਤ ਦਿੰਦਾ ਹੈ। ਜਦੋਂ ਅਸੀਂ ਪਿਕਚਰ ਔਰ ਟੈਕਸਚਰ ਫਿਲ ਰੇਡੀਓ ਬਟਨ 'ਤੇ ਕਲਿੱਕ ਕਰਦੇ ਹਾਂ ਤਾਂ ਇਹ ਟੈਕਸਚਰ ਜਾਂ ਤਸਵੀਰ ਨਾਲ ਸਲਾਈਡ ਬੈਕਗਰਾਉਂਡ ਸੈੱਟ ਕਰਨ ਲਈ ਬਹੁਤ ਸਾਰੀਆਂ ਆਪਸ਼ਨਾਂ ਪ੍ਰਦਰਸ਼ਿਤ ਕਰੇਗਾ। ਸੋ ਜਿਵੇਂ ਕਿ ਤੁਸੀਂ ਇਸ ਵਿੱਚ ਦੇਖ ਪਾ ਰਹੇ ਹੋ ਇਸ ਵਿੱਚ ਅਸੀਂ ਟੈਕਸਚਰ ਲਿਖਿਆ ਹੋਇਆ, ਟੈਕਸਚਰ ਦੇ ਨਾਲ ਜਿਹੜਾ ਬਟਨ ਹੈ ਅਸੀਂ ਜਿਵੇਂ ਹੀ ਇਸ 'ਤੇ ਕਲਿੱਕ ਕਰਾਂਗੇ ਤਾਂ ਇਸ ਵਿੱਚ ਸਾਨੂੰ ਕਾਫੀ ਸਾਰੇ ਜਿਹੜੇ ਟੈਕਸਚਰ ਅਤੇ ਪਿਕਚਰ ਦਿਖਾਈ ਦੇ ਰਹੀਆਂ ਨੇ। ਤੇ ਇਸ ਵਿੱਚ ਮੰਨ ਲਓ ਮੈਂ ਤੀਸਰੇ ਨੰਬਰ ਵਾਲੀ ਜਿਹੜੀ ਡੈਨਿਮ ਹੈ ਇਸ ਨੂੰ ਮੈਂ ਸਿਲੈਕਟ ਕਰਦਾ ਹਾਂ ਤਾਂ ਇਹ ਜਿਹੜਾ ਸਟਾਈਲ ਹੈ ਜਾਂ ਜਿਹੜਾ ਟੈਕਸਚਰ ਹੈ ਉਹ ਸਾਡੀ ਇਸ ਸਲਾਈਡ 'ਤੇ ਅਪਲਾਈ ਹੋ ਜਾਵੇਗਾ। ਇਸੇ ਤਰ੍ਹਾਂ ਦੇ ਨਾਲ ਜੇਕਰ ਤੁਸੀਂ ਕੋਈ ਪਿਕਚਰ ਅਪਲਾਈ ਕਰਨੀ ਹੈ, ਤੁਸੀਂ ਟੈਕਸਚਰ ਅਪਲਾਈ ਨਹੀਂ ਕਰਨਾ, ਤੁਸੀਂ ਇਨਸਰਟ ਬਟਨ 'ਤੇ ਕਲਿੱਕ ਕਰਕੇ ਅਸੀਂ ਕਿਸੇ ਫਾਈਲ ਦੇ ਵਿੱਚੋਂ ਮੰਨ ਲਓ ਆਹ ਪਿਕਚਰ ਨੂੰ ਸਿਲੈਕਟ ਕਰਦੇ ਹਾਂ ਤਾਂ ਉਹ ਪਿਕਚਰ ਨੂੰ ਵੀ ਤੁਸੀਂ ਆਪਣੀ ਸਲਾਈਡ ਦੇ ਵਿੱਚ ਲਾਗੂ ਕਰ ਸਕਦੇ ਹੋ। ਤਾਂ ਸੇਮ ਐਜ਼ ਇਟ ਇਜ਼ ਜੇ ਤੁਸੀਂ ਇਹਨਾਂ ਨੂੰ ਸਾਰਿਆਂ 'ਤੇ ਅਪਲਾਈ ਕਰਨਾ ਹੈ ਥੱਲੇ ਅਪਲਾਈ ਟੂ ਆਲ ਆਪਸ਼ਨ ਦਿੱਤਾ ਹੋਇਆ ਇੱਥੇ ਕਲਿੱਕ ਕਰੋਗੇ ਤੁਹਾਡੀ ਬਾਕੀ ਸਾਰੀਆਂ ਸਲਾਈਡਾਂ 'ਤੇ ਉਹ ਸੇਮ ਜਿਹੜੀ ਪਿਕਚਰ ਹੈ ਉਹ ਅਪਲਾਈ ਹੋ ਸਕਦੀ ਹੈ। ਤਾਂ ਇਸ ਤਰ੍ਹਾਂ ਦੇ ਨਾਲ ਅਸੀਂ ਪਿਕਚਰ ਜਾਂ ਟੈਕਸਚਰ ਦੋਵਾਂ ਦੀ ਵਰਤੋਂ ਕਰਕੇ
ਪਿਕਚਰ ਦੀ ਵਰਤੋਂ ਕਰਕੇ ਪਿਕਚਰ ਲਗਾ ਸਕਦੇ ਹਾਂ, ਤੇ ਟੈਕਸਚਰ ਦੀ ਵਰਤੋਂ ਕਰਦੇ ਹੋਏ ਜਿੰਨੇ ਵੀ ਟੈਕਸਚਰ ਸਾਨੂੰ ਸਕਰੀਨ ਤੇ ਨਜ਼ਰ ਆ ਰਹੇ ਇਹਨਾਂ ਚੋਂ ਕਿਸੇ ਦੀ ਵੀ ਚੋਣ ਕਰਕੇ ਉਸ ਟੈਕਸਚਰ ਨੂੰ ਆਪਣੀ ਸਲਾਈਡ ਤੇ ਲਾਗੂ ਕਰ ਸਕਦੇ ਹਾਂ। ਇਸ ਤੋਂ ਬਾਅਦ ਇਸਦਾ ਚੌਥਾ ਆਪਸ਼ਨ ਹੈ ਪੈਟਰਨ ਫਿਲ। ਸੋ ਪੈਟਰਨ ਫਿਲ ਪਾਵਰਪੁਆਇੰਟ ਦੇ ਵਿੱਚ ਪੈਟਰਨ 2 ਰੰਗਾਂ ਤੋਂ ਬਣੇ ਡਿਜ਼ਾਈਨ ਹੁੰਦੇ ਹਨ। ਇਹਨਾਂ ਡਿਜ਼ਾਈਨ ਵਿੱਚ ਲਾਈਨਸ, ਡਾਟ, ਡੈਸ਼ਿਸ, ਚੈੱਕ ਆਦਿ ਸ਼ਾਮਲ ਹੋ ਸਕਦੇ ਹਨ। ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ, ਇਹ ਸਾਡੇ ਕੋਲ ਜਿਵੇਂ ਡੋਟਸ ਨਜ਼ਰ ਆ ਰਹੇ ਨੇ। ਡੋਟਸ ਤੋਂ ਇਲਾਵਾ ਲਾਈਨਸ ਤੁਸੀਂ ਲਗਾਉਣੀਆਂ ਵਾ। ਲਾਈਨਸ ਤੋਂ ਇਲਾਵਾ ਤੁਸੀਂ ਕੁਛ ਡੋਟਡ ਲਗਾਉਣੀਆਂ। ਜਿਸ ਤਰ੍ਹਾਂ ਦਾ ਵੀ ਤੁਹਾਨੂੰ ਪੈਟਰਨ ਚਾਹੀਦਾ ਹੈ ਉਸ ਪੈਟਰਨ ਦੀ ਚੋਣ ਤੁਸੀਂ ਇਹ ਦਿੱਤੇ ਗਏ ਆਪਸ਼ਨਾਂ ਵਿੱਚ ਕਰ ਸਕਦੇ ਹੋ। ਉਸ ਤੋਂ ਇਲਾਵਾ ਤੁਸੀਂ ਜਿਹੜੀ ਫੋਰਗਰਾਊਂਡ ਆ, ਫੋਰਗਰਾਊਂਡ ਦੇ ਕਲਰ ਨੂੰ ਬਦਲ ਸਕਦੇ ਹੋ, ਅਤੇ ਬੈਕਗਰਾਊਂਡ ਕਲਰ ਦੀ ਵੀ ਜਿਹੜੀ ਚੋਣ ਹੈ ਉਹ ਤੁਸੀਂ ਆਪਣੀ ਲੋੜ ਮੁਤਾਬਕ ਕਰ ਸਕਦੇ ਹੋ। ਉਸ ਤੋਂ ਬਾਅਦ ਜਿਵੇਂ ਹੀ ਅਸੀਂ ਅਪਲਾਈ ਟੂ ਆਲ 'ਤੇ ਕਲਿੱਕ ਕਰਾਂਗੇ ਤਾਂ ਸੇਮ ਜਿਹੜਾ ਪੈਟਰਨ ਹੈ ਉਹ ਸਾਡੀਆਂ ਸਾਰੀਆਂ ਸਲਾਈਡਾਂ ਜਿੰਨੀਆਂ ਵੀ ਅਸੀਂ ਪਹਿਲਾਂ ਤੋਂ ਦਾਖਲ ਕੀਤੀਆਂ ਹੋਈਆਂ ਨੇ ਉਹਨਾਂ ਵਿੱਚ ਲਾਗੂ ਹੋ ਜਾਵੇਗਾ। ਸੋ ਇਸ ਤਰ੍ਹਾਂ ਫਾਰਮੈਟ ਬੈਕਗਰਾਊਂਡ ਕਮਾਂਡ ਦੀ ਵਰਤੋਂ ਕਰਦੇ ਹੋਏ ਅਸੀਂ ਸੋਲਿਡ ਫਿਲ, ਗ੍ਰੇਡੀਅੰਟ ਫਿਲ, ਪਿਕਚਰ ਔਰ ਟੈਕਸਚਰ ਫਿਲ ਅਤੇ ਪੈਟਰਨ ਫਿਲ ਆਪਸ਼ਨ ਦੀ ਵਰਤੋਂ ਕਰਦੇ ਹੋਏ ਅਸੀਂ ਆਪਣੀ ਸਲਾਈਡ ਦੀ ਜਿਹੜੀ ਬੈਕਗਰਾਊਂਡ ਹੈ ਉਸ ਨੂੰ ਬਦਲ ਸਕਦੇ ਹਾਂ। ਅਗਲਾ ਸਾਡੇ ਕੋਲ ਟੌਪਿਕ ਹੈ ਸਲਾਈਡ ਵਿੱਚ ਕੰਟੈਂਟ ਦਾਖਲ ਕਰਨਾ। ਸੋ ਇੱਕ ਪ੍ਰੈਜੈਂਟੇਸ਼ਨ ਸਲਾਈਡ ਵਿੱਚ ਉਹ ਸਾਰੀ ਜਾਣਕਾਰੀ ਹੁੰਦੀ ਹੈ ਜੋ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ, ਜਿਸ ਵਿੱਚ ਟੈਕਸਟ, ਤਸਵੀਰਾਂ, ਚਾਰਟ, ਵੀਡੀਓ ਅਤੇ ਆਡੀਓ ਆਦਿ ਸ਼ਾਮਲ ਹੋ ਸਕਦੇ ਹਨ। ਅਸੀਂ ਆਪਣੀ ਪ੍ਰੈਜੈਂਟੇਸ਼ਨ ਵਿੱਚ ਟੇਬਲ, ਚਾਰਟ, ਸ਼ੇਪ, ਕਲਿੱਪ ਆਰਟ ਆਦਿ ਕੰਟੈਂਟ ਨੂੰ ਸਲਾਈਡ ਵਿੱਚ ਸ਼ਾਮਲ ਕਰਕੇ ਵਧੇਰੇ ਆਕਰਸ਼ਕ ਬਣਾ ਸਕਦੇ ਹਾਂ। ਸੋ ਹੁਣ ਅਸੀਂ ਆਪਣੀ ਸਲਾਈਡ ਵਿੱਚ ਕੰਟੈਂਟ ਦਾਖਲ ਕਰਨ ਦੇ ਸਟੈਪਸ ਬਾਰੇ ਜਾਣਾਂਗੇ, ਜਿਸ ਦਾ ਪਹਿਲਾ ਤਰੀਕਾ ਹੈ ਪ੍ਰੈਜੈਂਟੇਸ਼ਨ ਸਲਾਈਡ ਵਿੱਚ ਟੇਬਲ, ਚਾਰਟ, ਸ਼ੇਪ, ਕਲਿੱਪ ਆਰਟ, ਪਿਕਚਰ ਆਦਿ ਕੰਟੈਂਟ ਨੂੰ ਸਲਾਈਡ ਵਿੱਚ ਸ਼ਾਮਲ ਕਰਨ ਲਈ ਇਨਸਰਟ ਗਰੁੱਪ ਦੇ ਇਲਸਟ੍ਰੇਸ਼ਨ ਗਰੁੱਪ ਵਿੱਚੋਂ ਇਹਨਾਂ ਦੀ ਆਪਣੀ ਲੋੜ ਅਨੁਸਾਰ ਚੋਣ ਕਰਕੇ ਤੁਸੀਂ ਇਹਨਾਂ ਨੂੰ ਆਪਣੀ ਸਲਾਈਡ ਵਿੱਚ ਸ਼ਾਮਲ ਕਰ ਸਕਦੇ ਹੋ। ਅਤੇ ਇਸਦਾ ਦੂਸਰਾ ਤਰੀਕਾ ਹੈ ਜਦੋਂ ਵੀ ਅਸੀਂ ਆਪਣੀ ਪ੍ਰੈਜੈਂਟੇਸ਼ਨ ਵਿੱਚ ਕੋਈ ਨਵੀਂ ਸਲਾਈਡ ਦਾਖਲ ਕਰਦੇ ਹਾਂ ਤਾਂ ਸਾਨੂੰ ਸਲਾਈਡ ਵਿੱਚ ਪਲੇਸ ਹੋਲਡਰ ਦੇ ਵਿੱਚ 6 ਆਪਸ਼ਨ ਨਜ਼ਰ ਆਉਣਗੀਆਂ, ਜਿਸ ਵਿੱਚ ਚਾਰਟ, ਸਮਾਰਟ ਆਰਟ ਗ੍ਰਾਫਿਕਸ, ਪਿਕਚਰ ਫਰੋਮ ਫਾਈਲ, ਕਲਿੱਪ ਆਰਟ ਆਦਿ ਆਬਜੈਕਟ ਨਜ਼ਰ ਆਉਂਦੇ ਹਨ। ਤਾਂ ਅਸੀਂ ਇਹਨਾਂ ਆਬਜੈਕਟ ਨੂੰ ਚੋਣ ਕਰਦੇ ਹੋਏ ਅਸੀਂ ਇਹਨਾਂ ਆਬਜੈਕਟ ਨੂੰ ਆਪਣੀ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਵਿੱਚ ਸ਼ਾਮਲ ਕਰ ਸਕਦੇ ਹਾਂ। ਸੋ ਹੁਣ ਅਸੀਂ ਆਪਣੀ ਵੀਡੀਓ ਦੇ ਵਿੱਚ ਸਲਾਈਡ ਵਿੱਚ ਕੰਟੈਂਟ ਦਾਖਲ ਕਰਨ ਬਾਰੇ ਸਿੱਖਾਂਗੇ। ਤੇ ਉੱਥੇ ਕੰਟੈਂਟ ਤੋਂ ਭਾਵ ਹੈ ਵੱਖ-ਵੱਖ ਤਰ੍ਹਾਂ ਦੇ ਗ੍ਰਾਫਿਕਸ ਜਾਂ ਆਬਜੈਕਟ, ਜਿਵੇਂ ਕਿ ਜਿਨ੍ਹਾਂ ਵਿੱਚ ਟੈਕਸਟ, ਤਸਵੀਰਾਂ, ਚਾਰਟ, ਵੀਡੀਓ ਅਤੇ ਆਡੀਓ ਸ਼ਾਮਲ ਹੋ ਸਕਦੀਆਂ ਹਨ। ਉਹਨਾਂ ਨੂੰ ਅਸੀਂ ਆਪਣੀ ਸਲਾਈਡ ਵਿੱਚ ਦਾਖਲ ਕਰ ਸਕਦੇ ਹਾਂ। ਜਿਵੇਂ ਤੁਸੀਂ ਦੇਖ ਪਾ ਰਹੇ ਹੋ, ਸਾਡੇ ਇਸ ਵਿੱਚ 2 ਪਲੇਸ ਹੋਲਡਰ ਨਜ਼ਰ ਆ ਰਹੇ ਆ। ਪਹਿਲਾ ਕਲਿੱਕ ਟੂ ਐਡ ਟਾਈਟਲ, ਦੂਸਰਾ ਕਲਿੱਕ ਟੂ ਐਡ ਟੈਕਸਟ। ਇਸ ਵਿੱਚ ਤੁਸੀਂ ਇਸ ਦੇ ਥੱਲੇ ਦੇਖ ਪਾ ਰਹੇ ਹੋ, ਇਸ ਵਿੱਚ ਪਹਿਲਾ ਆਬਜੈਕਟ ਹੈ ਇਨਸਰਟ ਟੇਬਲ, ਦੂਸਰਾ ਨਜ਼ਰ ਆ ਰਿਹਾ ਇਨਸਰਟ ਚਾਰਟ, ਤੀਸਰਾ ਇਨਸਰਟ ਹੈ ਸਮਾਰਟ ਆਰਟ ਗ੍ਰਾਫਿਕਸ, ਚੌਥਾ ਹੈ 3D ਮਾਡਲ, ਚੌਥਾ ਹੈ ਪਿਕਚਰ, ਛੇਵਾਂ ਹੈ ਆਨਲਾਈਨ ਪਿਕਚਰ, ਉਸ ਤੋਂ ਬਾਅਦ ਇਨਸਰਟ ਵੀਡੀਓ, ਤੇ ਲਾਸਟ ਵਿੱਚ ਹੈ ਇਨਸਰਟ ਐਂਡ ਆਈਕਨ। ਸੋ ਇਹਨਾਂ ਆਬਜੈਕਟ 'ਤੇ ਕਲਿੱਕ ਕਰਦੇ ਹੋਏ ਜਿਵੇਂ ਮੰਨ ਲਓ ਪਹਿਲਾਂ ਟੇਬਲ 'ਤੇ ਕਲਿੱਕ ਕਰਦਾ ਹੈ, ਤਾਂ ਟੇਬਲ 'ਤੇ ਕਲਿੱਕ ਕਰਨ ਤੋਂ ਬਾਅਦ ਇਹ ਪੁੱਛ ਰਿਹਾ ਹੈ ਵੀ ਤੁਸੀਂ ਕਿੰਨੇ ਨੰਬਰ ਆਫ ਕਾਲਮ ਜਾਂ ਕਿੰਨੇ ਨੰਬਰ ਆਫ ਰੋਜ਼ ਇਨਸਰਟ ਕਰਨੇ ਆ। ਮੰਨ ਲਓ ਮੈਂ ਲਿਖ ਦਿੰਦਾ 5 ਮੈਨੂੰ ਕਾਲਮ ਚਾਹੀਦੇ ਆ, 2 ਮੈਨੂੰ ਰੋਜ਼ ਚਾਹੀਦੀਆਂ। ਓਕੇ 'ਤੇ ਕਲਿੱਕ ਕਰਾਂਗੇ ਤਾਂ ਸਾਡਾ ਜਿਹੜਾ ਆਬਜੈਕਟ ਹੈ ਇਹ ਦਾਖਲ ਹੋ ਚੁੱਕਿਆ ਹੈ। ਸੋ ਇਸ ਟੇਬਲ ਵਿੱਚ ਅਸੀਂ ਹੁਣ ਇਸ ਦੇ ਪਹਿਲਾਂ ਕਾਲਮ ਹੈਡਿੰਗ ਰੱਖ ਸਕਦੇ ਹਾਂ, ਬਾਅਦ 'ਚ ਇਸ ਵਿੱਚ ਕੋਈ ਡਾਟਾ ਐਡ ਕਰ ਸਕਦੇ ਹਾਂ। ਤਾਂ ਮੈਂ ਇਸ ਨੂੰ ਦੁਬਾਰਾ ਕੰਟਰੋਲ Z ਕਰਕੇ ਪਿੱਛੇ ਆਏ ਨਾ। ਉਸ ਤੋਂ ਬਾਅਦ ਦੂਸਰਾ ਸਾਡੇ ਕੋਲ ਹੈ ਚਾਰਟ। ਚਾਰਟ 'ਤੇ ਕਲਿੱਕ ਕਰਦੇ ਹੋਏ ਅਸੀਂ ਇਹਨਾਂ ਵਿੱਚੋਂ ਜਿਹੜਾ ਜਿਸ ਤਰ੍ਹਾਂ ਦਾ ਵੀ ਚਾਰਟ ਅਸੀਂ ਆਪਣੇ ਇਸ ਸਲਾਈਡ ਵਿੱਚ ਦਾਖਲ ਕਰਨਾ ਚਾਹੁੰਦੇ ਹਾਂ ਤਾਂ ਉਸ ਚਾਰਟ ਦੀ ਆਪਾਂ ਇਸ ਤੋਂ ਚੋਣ ਕਰਕੇ ਉਸ ਨੂੰ ਆਪਣੇ ਸਲਾਈਡ ਦੇ ਵਿੱਚ ਦਾਖਲ ਕਰ ਸਕਦੇ ਹਾਂ। ਤੀਸਰਾ ਇਸ ਦਾ ਆਪਸ਼ਨ ਹੈ ਐਡ ਏ ਸਮਾਰਟ ਆਰਟ ਗ੍ਰਾਫਿਕਸ। ਤਾਂ ਸਮਾਰਟ ਆਰਟ ਗ੍ਰਾਫਿਕਸ ਆਈਕਨ 'ਤੇ ਕਲਿੱਕ ਕਰਦੇ ਹੋਏ ਕਿਸੇ ਤਰ੍ਹਾਂ ਦਾ ਵੀ ਤੁਹਾਨੂੰ ਸਮਾਰਟ ਆਰਟ ਜਿਹੜਾ ਡਾਇਗਰਾਮ ਹੈ ਉਹ ਤੁਸੀਂ ਡਰਾ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਵਿੱਚੋਂ ਤੁਸੀਂ ਉਸ ਸਮਾਰਟ ਆਰਟ ਦੀ ਚੋਣ ਕਰਕੇ ਉਸ ਨੂੰ ਸਿਲੈਕਟ ਕਰਕੇ ਓਕੇ 'ਤੇ ਬਟਨ ਕਲਿੱਕ ਕਰੋਗੇ ਤਾਂ ਉਹ ਜਿਹੜਾ ਸਮਾਰਟ ਆਰਟ ਆ ਉਹ ਤੁਹਾਡੇ ਇਸ ਪ੍ਰੈਜੈਂਟੇਸ਼ਨ ਵਿੱਚ ਐਡ ਹੋ ਜਾਵੇਗਾ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਹੈ ਪਿਕਚਰ। ਸੋ ਪਿਕਚਰ ਆਬਜੈਕਟ ਦੀ ਵਰਤੋਂ ਕਰਦੇ ਹੋਏ ਕਿਸੇ ਤਰ੍ਹਾਂ ਦੀ ਕੋਈ ਵੀ ਪਿਕਚਰ ਜਿਹੜੀ ਤੁਹਾਡੇ ਕੰਪਿਊਟਰ ਵਿੱਚ ਪਹਿਲਾਂ ਤੋਂ ਸਟੋਰਡ ਹੈ ਉਹਨਾਂ ਨੂੰ ਤੁਸੀਂ ਇਨਸਰਟ ਬਟਨ 'ਤੇ ਕਲਿੱਕ ਕਰਦੇ ਹੋਏ ਆਪਣੇ
ਇਸ ਸਲਾਈਡ ਦੇ ਵਿੱਚ ਦਾਖਲ ਕਰ ਸਕਦੇ ਹੋ। ਸੋ ਇਹ ਸਾਡੇ ਕੋਲ ਕਾਫੀ ਵੱਖ-ਵੱਖ ਤਰ੍ਹਾਂ ਦੇ ਆਬਜੈਕਟ ਹੈ, ਇਹਨਾਂ ਦੀ ਵਰਤੋਂ ਕਰਦੇ ਹੋਏ ਅਸੀਂ ਆਪਣੀ ਸਲਾਈਡ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਕੰਟੈਂਟ ਹੈ ਉਹ ਦਾਖਲ ਕਰ ਸਕਦੇ ਹਾਂ। ਅਗਲਾ ਸਾਡਾ ਟੌਪਿਕ ਹੈ ਸਲਾਈਡ ਨੂੰ ਵਿਊ ਕਰਨ ਦੀਆਂ ਆਪਸ਼ਨ। ਸੋ ਪਾਵਰ ਪੁਆਇੰਟ ਦੇ ਸਟੇਟਸ ਬਾਰ ਵਿੱਚ, ਜਿਵੇਂ ਕਿ ਤੁਸੀਂ ਸੱਜੇ ਪਾਸੇ ਚਿੱਤਰ ਦੇਖ ਪਾ ਰਹੇ ਹੋ, ਸੋ ਪਾਵਰ ਪੁਆਇੰਟ ਦੇ ਸਟੇਟਸ ਬਾਰ ਵਿੱਚ ਸਲਾਈਡ ਨੂੰ ਵੱਖ-ਵੱਖ ਤਰੀਕੇ ਦੇ ਨਾਲ ਦੇਖਣ ਲਈ ਆਪਸ਼ਨ ਮੌਜੂਦ ਹੁੰਦੀਆਂ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਸਲਾਈਡ ਨੂੰ ਵੱਖ-ਵੱਖ ਵਿਊ ਵਿੱਚ ਖੋਲ ਸਕਦੇ ਹਾਂ। ਸੋ ਜਿਵੇਂ ਕਿ ਤੁਸੀਂ ਸੱਜੇ ਚਿੱਤਰ ਵਿੱਚ ਦੇਖ ਪਾ ਰਹੇ ਹੋ, ਤੇ ਅਸੀਂ ਪਾਵਰ ਪੁਆਇੰਟ ਨੂੰ ਵਿਊ ਕਰਨ ਦੇ 4 ਵੱਖ-ਵੱਖ ਤਰੀਕਿਆਂ ਬਾਰੇ ਅੱਗੇ ਪੜ੍ਹਾਂਗੇ, ਜਿਸ ਵਿੱਚ ਪਹਿਲਾ ਹੈ ਨਾਰਮਲ ਵਿਊ, ਦੂਸਰਾ ਸਲਾਈਡ ਸੌਰਟਰ ਵਿਊ, ਤੀਸਰਾ ਰੀਡਿੰਗ ਵਿਊ, ਚੌਥਾ ਸਲਾਈਡ ਸ਼ੋ ਵਿਊ। ਸੋ ਅੱਗੇ ਅਸੀਂ ਇਹਨਾਂ 4 ਆਪਸ਼ਨਾਂ ਬਾਰੇ ਜਾਣਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਆਪਸ਼ਨ ਹੈ ਨਾਰਮਲ ਵਿਊ। ਇਹ ਪਾਵਰ ਪੁਆਇੰਟ ਦਾ ਡਿਫਾਲਟ ਵਿਊ ਹੈ। ਇਸ ਵਿਊ ਵਿੱਚ ਅਸੀਂ ਆਪਣੀ ਸਲਾਈਡ ਨੂੰ ਦਾਖਲ, ਡਿਜ਼ਾਈਨ ਅਤੇ ਐਡਿਟ ਕਰ ਸਕਦੇ ਹਾਂ। ਇਸ ਵਿਊ ਦੇ 3 ਵਰਕ ਏਰੀਆ ਹੁੰਦੇ ਹਨ: ਖੱਬਾ ਖੇਤਰ ਸਲਾਈਡ ਟੈਬ ਦੇ ਨਾਲ, ਸੱਜਾ ਖੇਤਰ ਸਲਾਈਡ ਪੈਨ ਵਾਲਾ ਅਤੇ ਹੇਠਲਾ ਖੇਤਰ ਨੋਟਸ ਪੈਨ ਵਾਲਾ ਹੁੰਦਾ ਹੈ। ਉਸ ਤੋਂ ਬਾਅਦ ਸਾਡਾ ਦੂਸਰਾ ਵਿਊ ਸਲਾਈਡ ਸੌਰਟਰ ਵਿਊ। ਇਹ ਵਿਊ ਥੰਬਨੇਲ ਰੂਪ ਵਿੱਚ ਜਾਂ ਫੋਟੋ ਦੇ ਰੂਪ ਵਿੱਚ ਪ੍ਰੈਜੈਂਟੇਸ਼ਨ ਸਲਾਈਡਾਂ ਨੂੰ ਦਰਸਾਉਂਦਾ ਹੈ। ਸਲਾਈਡ ਸੌਰਟਰ ਵਿਊ ਪ੍ਰੈਜੈਂਟੇਸ਼ਨ ਦੀ ਸਮੁੱਚੀ ਤਸਵੀਰ ਪੇਸ਼ ਕਰਦਾ ਹੈ, ਜਿਸ ਨਾਲ ਸਲਾਈਡਾਂ ਨੂੰ ਰੀਆਰਡਰ ਕਰਨਾ, ਦਾਖਲ ਕਰਨਾ ਜਾਂ ਉਹਨਾਂ ਨੂੰ ਮਿਟਾਉਣਾ ਸੌਖਾ ਹੋ ਜਾਂਦਾ ਹੈ। ਅੱਗੇ ਸਾਡੇ ਕੋਲ ਤੀਸਰਾ ਵਿਊ ਹੈ ਰੀਡਿੰਗ ਵਿਊ। ਇਹ ਵਿਊ ਸਾਡੀ ਪ੍ਰੈਜੈਂਟੇਸ਼ਨ ਦੇ ਪ੍ਰੀਵਿਊ ਨਾਲ ਕੰਪਿਊਟਰ ਸਕਰੀਨ ਦੇ ਜ਼ਿਆਦਾਤਰ ਹਿੱਸੇ ਨੂੰ ਭਰ ਦਿੰਦਾ ਹੈ। ਇਹ ਵਿਊ ਆਸਾਨ ਤਰੀਕੇ ਨਾਲ ਵਰਤੇ ਜਾ ਸਕਣ ਵਾਲੇ ਕੁਝ ਨੈਵੀਗੇਸ਼ਨ ਬਟਨ ਦਿਖਾਉਂਦਾ ਹੈ, ਜੋ ਕਿ ਸਕਰੀਨ ਦੇ ਹੇਠਲੇ ਸੱਜੇ ਪਾਸੇ ਸਥਿਤ ਹੁੰਦੇ ਹਨ। ਚੌਥਾ ਸਾਡੇ ਕੋਲ ਇਸ ਦਾ ਵਿਊ ਹੈ ਸਲਾਈਡ ਸ਼ੋ ਵਿਊ। ਅਸੀਂ ਆਪਣੀ ਪ੍ਰੈਜੈਂਟੇਸ਼ਨ ਨੂੰ ਦਰਸ਼ਕਾਂ ਅੱਗੇ ਪੇਸ਼ ਕਰਨ ਲਈ ਸਲਾਈਡ ਸ਼ੋ ਵਿਊ ਦੀ ਵਰਤੋਂ ਕਰਦੇ ਹਾਂ। ਸਲਾਈਡ ਸ਼ੋ ਵਿਊ ਵਿੱਚ ਇੱਕ ਵਾਧੂ ਮੀਨੂ ਹੁੰਦਾ ਹੈ, ਜੋ ਕਿ ਸਾਨੂੰ ਉਸ ਸਮੇਂ ਦਿਖਾਈ ਦਿੰਦਾ ਹੈ ਜਦੋਂ ਅਸੀਂ ਉਸ ਉੱਪਰ ਮਾਊਸ ਹੋਵਰ ਜਾਂ ਮਾਊਸ ਨੂੰ ਜਦੋਂ ਸਰਕਾਉਂਦੇ ਹਾਂ। ਸੋ ਹੁਣ ਅਸੀਂ ਸਲਾਈਡ ਨੂੰ ਵਿਊ ਕਰਨ ਦੀਆਂ ਆਪਸ਼ਨ ਬਾਰੇ ਜਾਣਾਂਗੇ। ਸੋ ਸਟੇਟਸ ਬਾਰ ਵਿੱਚ ਇਸਦੇ ਸੱਜੇ ਪਾਸੇ ਸਾਨੂੰ 4 ਆਪਸ਼ਨ ਨਜ਼ਰ ਆ ਰਹੇ ਨੇ: ਨਾਰਮਲ ਵਿਊ, ਦੂਸਰਾ ਸਲਾਈਡ ਸੌਰਟਰ ਵਿਊ, ਤੀਸਰਾ ਹੈ ਰੀਡਿੰਗ ਵਿਊ ਅਤੇ ਚੌਥਾ ਹੈ ਸਲਾਈਡ ਸ਼ੋ ਵਿਊ। ਤਾਂ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਨਾਰਮਲ ਵਿਊ ਦੀ। ਸੋ ਨਾਰਮਲ ਵਿਊ ਇੱਕ ਡਿਫਾਲਟ ਵਿਊ ਹੈ। ਸੋ ਜੋ ਤੁਸੀਂ ਇਸ ਟਾਈਮ 'ਤੇ ਵਿਊ ਦੇਖ ਰਹੇ ਹੋ, ਇਹ ਨਾਰਮਲ ਵਿਊ ਹੀ ਸਿਲੈਕਟਡ ਰਹਿੰਦਾ ਹੈ ਹਮੇਸ਼ਾ ਜਦੋਂ ਵੀ ਅਸੀਂ ਪਾਵਰ ਪੁਆਇੰਟ ਨੂੰ ਓਪਨ ਕਰਦੇ ਹਾਂ ਅਤੇ ਕੋਈ ਨਵੀਂ ਸਲਾਈਡ ਦਾਖਲ ਕਰਦੇ ਹਾਂ, ਤਾਂ ਹਮੇਸ਼ਾ ਸਾਨੂੰ ਉਹ ਨਾਰਮਲ ਵਿਊ ਵਿੱਚ ਹੀ ਨਜ਼ਰ ਆਉਂਦੀ ਹੈ। ਸੋ ਇਸ ਵਿਊ ਵਿੱਚ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜ਼ਾਈਨ ਕਰਦੇ ਹਾਂ। ਇਸ ਵਿਊ ਦੇ 3 ਵਰਕ ਏਰੀਆ ਹੁੰਦੇ ਹਨ। ਪਹਿਲਾ ਹੈ ਸਾਡੇ ਕੋਲ ਖੱਬਾ। ਇਹ ਸਾਡੇ ਕੋਲ ਖੱਬਾ ਪੈਨ। ਖੱਬੇ ਪੈਨ ਤੋਂ ਇਲਾਵਾ ਇਹ ਸਾਡੇ ਕੋਲ ਸੱਜਾ ਪੈਨ ਹੈ। ਇਹ ਉਹ ਥਾਂ ਹੈ ਜਿੱਥੇ ਅਸੀਂ ਕੋਈ ਵੀ ਟੈਕਸਟ ਲਿਖਾਂਗੇ ਅਤੇ ਉਸ ਤੋਂ ਬਾਅਦ ਇਸ ਦਾ ਹੇਠਲਾ ਪੈਨ ਹੈ, ਇਸ ਦੇ ਥੱਲੇ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਨੋਟਸ ਪੈਨ। ਸੋ ਅਸੀਂ ਇਸ ਵਿਊ ਦੇ ਖੱਬੇ ਪਾਸੇ ਸਲਾਈਡ ਦੇ ਵਿੱਚ ਜੋ ਸਲਾਈਡ ਦੇ ਅਸੀਂ ਕੰਟੈਂਟ ਦਾਖਲ ਕੀਤੇ ਹੋਏ ਆ, ਉਹਨਾਂ ਨੂੰ ਅਸੀਂ ਪਿਕਚਰ ਦੇ ਫਾਰਮੈਟ ਵਿੱਚ ਦੇਖ ਸਕਦੇ ਹਾਂ। ਇਸ ਸਲਾਈਡ ਨੂੰ ਅਸੀਂ ਮਾਊਸ ਦੇ ਨਾਲ ਕਲਿੱਕ ਕਰਕੇ ਇਸ ਦੀ ਪੋਜੀਸ਼ਨ ਵੀ ਚੇਂਜ ਕਰ ਸਕਦੇ ਹਾਂ। ਇਹ ਤੀਜੇ 'ਤੇ ਆ ਗਿਆ, ਫਿਰ ਅਸੀਂ ਇਸ ਨੂੰ ਪਹਿਲੇ 'ਤੇ ਲੈ ਕੇ ਜਾਣਾ ਅਤੇ ਪਹਿਲੇ 'ਤੇ ਵੀ ਲੈ ਕੇ ਜਾ ਸਕਦੇ ਹਾਂ। ਕਿਸੇ ਵੀ ਸਲਾਈਡ ਦੀ ਅਸੀਂ ਕਿਸੇ ਵੀ ਜਗ੍ਹਾ 'ਤੇ ਜਿਹੜੀ ਆਰਡਰਿੰਗ ਹੈ ਉਹ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇਕਰ ਮੈਨੂੰ ਲੱਗਦਾ ਹੈ ਵੀ ਤੀਸਰੀ ਸਲਾਈਡ ਮੈਂ ਡਿਲੀਟ ਕਰਨੀ ਹੈ, ਤਾਂ ਅਸੀਂ ਡਿਲੀਟ ਬਟਨ ਪ੍ਰੈਸ ਕਰਾਂਗੇ ਕੀਬੋਰਡ ਤੋਂ, ਅਤੇ ਸਲਾਈਡ ਡਿਲੀਟ ਵੀ ਹੋ ਜਾਵੇਗੀ। ਕੰਟਰੋਲ Z ਨਾਲ ਇਸ ਨੂੰ ਮੈਂ ਵਾਪਸ ਲਿਆਂਦਾ। ਸੋ ਇਸ ਤਰ੍ਹਾਂ ਦੇ ਨਾਲ ਜਿਹੜੇ ਨਾਰਮਲ ਵਿਊਜ਼ ਹੈ, ਇਹ 'ਚ ਅਸੀਂ 3 ਜਿਹੜੇ ਵਰਕ ਏਰੀਆ ਉਹ ਦੇਖ ਸਕਦੇ ਹਾਂ। ਉਸ ਤੋਂ ਬਾਅਦ ਸਾਡੇ ਕੋਲ ਇਸਦਾ ਦੂਸਰਾ ਵਿਊ ਹੈ ਸਲਾਈਡ ਸੌਰਟਰ ਵਿਊ। ਸੋ ਜਿਵੇਂ ਤੁਸੀਂ ਸਕਰੀਨ 'ਤੇ ਦੇਖ ਪਾ ਰਹੇ ਹੋ, ਇਹ ਵਿਊ ਥੰਬਨੇਲ ਰੂਪ ਵਿੱਚ ਪ੍ਰੈਜੈਂਟੇਸ਼ਨ ਸਲਾਈਡਾਂ ਨੂੰ ਦਰਸਾਉਂਦਾ ਹੈ। ਸਲਾਈਡ ਸੌਰਟਰ ਵਿਊ ਪ੍ਰੈਜੈਂਟੇਸ਼ਨ ਦੀ ਸਮੁੱਚੀ ਤਸਵੀਰ ਪੇਸ਼ ਕਰਦਾ ਹੈ ਕਿ ਅਸੀਂ ਆਪਣੀ ਪਾਵਰ ਪੁਆਇੰਟ ਦੇ ਵਿੱਚ ਕਿੰਨੀਆਂ ਸਲਾਈਡਾਂ ਦਾਖਲ ਕੀਤੀਆਂ ਹੋਈਆਂ ਨੇ। ਅਸੀਂ ਇਸ ਨੂੰ ਮਾਊਸ ਦੇ ਨਾਲ ਸਕਰੋਲ ਕਰਦੇ ਹੋਏ ਉੱਪਰ ਹੇਠਾਂ ਕਰਕੇ ਇਹ ਦੇਖ ਸਕਦੇ ਹਾਂ ਵੀ ਸਾਡੀ ਸਾਰੀਆਂ ਜਿਹੜੀਆਂ ਪ੍ਰੈਜੈਂਟੇਸ਼ਨ ਹੈ ਉਸ ਵਿੱਚ ਕਿਸ ਤਰ੍ਹਾਂ ਦੇ ਕੰਟੈਂਟ ਜਿਹੜੇ ਆ ਉਹ ਸ਼ਾਮਲ ਕੀਤੇ ਹੋਏ ਨੇ। ਇਸ ਤੋਂ ਬਾਅਦ ਸਾਡੇ ਕੋਲ ਇਸ ਦਾ ਅਗਲਾ ਵਿਊ ਹੈ ਰੀਡਿੰਗ ਵਿਊ, ਜੋ ਕਿ ਇਸ ਦਾ ਥੱਲੇ ਬੁੱਕ ਦੀ ਫਾਰਮੈਟ 'ਚ ਨਜ਼ਰ ਆ ਰਿਹਾ। ਸੋ ਰੀਡਿੰਗ ਵਿਊ ਵਿੱਚ ਸਾਡੀ ਪ੍ਰੈਜੈਂਟੇਸ਼ਨ ਦੇ ਪ੍ਰੀਵਿਊ ਨਾਲ ਕੰਪਿਊਟਰ ਸਕਰੀਨ 'ਤੇ ਜ਼ਿਆਦਾਤਰ ਹਿੱਸੇ ਨੂੰ ਭਰ ਦਿੰਦਾ ਹੈ। ਇਹ ਵਿਊ ਆਸਾਨ ਤਰੀਕੇ ਨਾਲ ਵਰਤੇ ਜਾ ਸਕਣ ਵਾਲੇ ਕੁਝ ਨੈਵੀਗੇਸ਼ਨ ਬਟਨ ਦਿਖਾਉਂਦਾ ਹੈ।
ਜਿਵੇਂ ਕਿ ਤੁਸੀਂ ਇਸ ਵਿੱਚ ਦੇਖ ਪਾ ਰਹੇ ਹੋ ਕਿ ਅਸੀਂ ਮਾਊਸ ਦੇ ਨਾਲ ਉੱਪਰ ਹੇਠਾਂ ਨੂੰ ਨੈਵੀਗੇਸ਼ਨ ਕਰਦੇ ਹੋਏ ਪਹਿਲੀ ਸਕਰੀਨ ਤੱਕ ਜਾ ਰਹੇ ਹਾਂ। ਇਸ ਤੋਂ ਬਾਅਦ ਹੁਣ ਅਸੀਂ ਕੀਬੋਰਡ ਤੋਂ ਐਸਕੇਪ ਬਟਨ ਪ੍ਰੈਸ ਕਰਾਂਗੇ ਤੇ ਸਾਨੂੰ ਉਸ ਤੋਂ ਬਾਹਰ ਲਿਆਏਗਾ। ਹੁਣ ਇਸ ਤੋਂ ਬਾਅਦ ਇਸ ਦਾ ਜਿਹੜਾ ਚੌਥਾ ਆਪਸ਼ਨ ਹੈ ਸਲਾਈਡ ਸ਼ੋ, ਅਸੀਂ ਸਲਾਈਡ ਸ਼ੋ ਤੇ ਜਿਵੇਂ ਹੀ ਕਲਿੱਕ ਕਰਾਂਗੇ ਤਾਂ ਕੁਝ ਇਸ ਤਰ੍ਹਾਂ ਦੇ ਨਾਲ ਸਾਨੂੰ ਆਪਣੀ ਜਿਹੜੀ ਸਲਾਈਡ ਹੈ ਉਹ ਚਲਦੀ ਹੋਈ ਨਜ਼ਰ ਆਵੇਗੀ। ਸੋ ਅਸੀਂ ਆਪਣੀ ਪ੍ਰੈਜੈਂਟੇਸ਼ਨ ਨੂੰ ਦਰਸ਼ਕਾਂ ਅੱਗੇ ਪੇਸ਼ ਕਰਨ ਲਈ ਸਲਾਈਡ ਸ਼ੋ ਵਿਊ ਦੀ ਵਰਤੋਂ ਕਰਦੇ ਹਾਂ। ਸਲਾਈਡ ਸ਼ੋ ਵਿਊ ਵਿੱਚ ਇੱਕ ਵਾਧੂ ਮੇਨੂ ਹੁੰਦਾ ਹੈ। ਜਿਵੇਂ ਅਸੀਂ ਮਾਊਸ ਨੂੰ ਹਿਲਾਵਾਂਗੇ ਤੇ ਤੁਸੀਂ ਦੇਖ ਪਾ ਰਹੇ ਹੋ ਕਾਫੀ ਸਾਰੇ ਪ੍ਰੀਵੀਅਸ, ਨੈਕਸਟ, ਕਾਫੀ ਸਾਰੇ ਬਟਨ ਨਜ਼ਰ ਆ ਰਹੇ ਹਨ। ਕੁਝ ਤੁਸੀਂ ਸਰਚ ਕਰਨਾ ਹੈ, ਕੁਝ ਤੁਸੀਂ ਕਿਤੇ ਪਾਰਟੀਕੂਲਰ ਪੇਜ ਤੇ ਜਾਣਾ। ਤਾਂ ਇਹ ਜਿਹੜੇ ਸਾਡੇ ਕੋਲ ਇਹ ਨੈਵੀਗੇਸ਼ਨ ਹੈ ਇਹ ਉਦੋਂ ਹੀ ਸਾਨੂੰ ਦਿਖਾਈ ਦਿੰਦੇ ਆ ਜਦੋਂ ਅਸੀਂ ਆਪਣੇ ਮਾਊਸ ਨੂੰ ਸਲਾਈਡ ਸ਼ੋ ਸਕਰੀਨ ਤੇ ਸਰਕਾਉਂਦੇ ਹਾਂ। ਉਸ ਤੋਂ ਬਾਅਦ ਅਸੀਂ ਕੀਬੋਰਡ ਤੋਂ ਨੈਕਸਟ ਬਟਨ ਤੇ ਕਲਿੱਕ ਕਰਾਂਗੇ ਤੇ ਇਦਾਂ ਕਰਦੇ ਹੋਏ ਲਾਸਟ ਸਲਾਈਡ ਦੇ ਅਸੀਂ ਆ ਜਾਏंगे ਤੇ ਲਿਖਿਆ ਹੋਇਆ ਐਂਡ ਆਫ ਦਾ ਸਲਾਈਡ ਸ਼ੋ, ਕਲਿੱਕ ਟੂ ਐਗਜ਼ਿਟ। ਕੋਈ ਵੀ ਬਟਨ ਕੀਬੋਰਡ ਤੇ ਪ੍ਰੈਸ ਕਰਾਂਗੇ ਅਸੀਂ ਇਸ ਪਾਵਰ ਪੁਆਇੰਟ ਦੇ ਸਲਾਈਡ ਸ਼ੋ ਤੋਂ ਵਾਪਸ ਆ ਜਾਵਾਂਗੇ। ਤੇ ਇਹ ਸਾਡੇ ਕੋਲ ਸੀਗੇ 4 ਆਪਸ਼ਨ ਵੀ ਅਸੀਂ ਆਪਣੀ ਸਲਾਈਡ ਦੇ ਵੱਖ-ਵੱਖ ਵਿਊ ਕਿਵੇਂ ਦੇਖ ਸਕਦੇ ਹਾਂ। ਅਗਲਾ ਸਾਡੇ ਕੋਲ ਹੈ ਜ਼ੂਮ ਸਲਾਈਡਰ। ਸੋ ਜ਼ੂਮ ਸਲਾਈਡਰ ਸਾਡੀ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਦੇ ਸੱਜੇ ਪਾਸੇ ਹੇਠਲੇ ਪਾਸੇ ਸਾਨੂੰ ਦਿਖਾਈ ਦੇ ਰਿਹਾ ਹੁੰਦਾ ਹੈ, ਜੋ ਕਿ ਵਿਊ ਦੇ ਨਾਲ ਵਾਲਾ ਸਾਡੇ ਕੋਲ ਆਪਸ਼ਨ ਹੈ। ਸੋ ਜ਼ੂਮ ਸਲਾਈਡਰ ਇਹ ਸਟੇਟਸ ਬਾਰ ਦੇ ਸੱਜੇ ਪਾਸੇ ਸਥਿਤ ਹੁੰਦਾ ਹੈ। ਜ਼ੂਮ ਕੰਟਰੋਲ ਸਲਾਈਡ ਕੰਟੈਂਟ ਨੂੰ ਨੇੜੇ ਤੋਂ ਵੇਖਣ ਲਈ ਸਾਨੂੰ ਜ਼ੂਮ ਇਨ ਕਰਨ ਦੀ ਆਗਿਆ ਦਿੰਦਾ ਹੈ, ਜਦਕਿ ਜ਼ੂਮ ਸਲਾਈਡਰ ਵਿੱਚ ਇੱਕ ਸਲਾਈਡਰ ਹੁੰਦਾ ਹੈ ਜਿਸ ਨੂੰ ਅਸੀਂ ਜ਼ੂਮ ਇਨ ਜਾਂ ਜ਼ੂਮ ਆਊਟ ਕਰਨ ਲਈ ਖੱਬੇ ਜਾਂ ਸੱਜੇ ਸਲਾਈਡ ਕਰ ਸਕਦੇ ਹਾਂ। ਸੋ ਜ਼ੂਮ ਸਲਾਈਡਰ ਦੀ ਵਰਤੋਂ ਅਸੀਂ ਉਦੋਂ ਹੀ ਕਰਨੀ ਹੈ ਜਦੋਂ ਅਸੀਂ ਆਪਣੀ ਪਾਵਰ ਪੁਆਇੰਟ ਦੇ ਵਿੱਚ ਸਲਾਈਡ ਨੂੰ ਵੱਡਾ ਕਰਕੇ ਦੇਖਣਾ ਹੈ ਜਾਂ ਉਸ ਨੂੰ ਛੋਟਾ ਕਰਕੇ ਦੇਖਣਾ ਹੈ, ਤਾਂ ਉਸ ਦੇ ਲਈ ਜ਼ੂਮ ਸਲਾਈਡਰ ਦੀ ਵਰਤੋਂ ਅਸੀਂ ਕਰਾਂਗੇ। ਜ਼ੂਮ ਫੈਕਟਰ ਨੂੰ ਵਧਾਉਣ ਜਾਂ ਘਟਾਉਣ ਲਈ ਇਸ ਦੇ ਖੱਬੇ ਪਾਸੇ ਮਾਈਨਸ ਅਤੇ ਪਲੱਸ ਵਰਗੇ ਨਿਸ਼ਾਨ ਹੈ। ਸੋ ਇਹਨਾਂ ਪਲੱਸ ਮਾਈਨਸ ਦੇ ਨਿਸ਼ਾਨ ਤੇ ਕਲਿੱਕ ਕਰਕੇ ਵੀ ਤੁਸੀਂ ਜ਼ੂਮ ਇਨ ਜਾਂ ਜ਼ੂਮ ਆਊਟ ਕਰ ਸਕਦੇ ਹੋ। ਸੋ ਅਸੀਂ ਹੁਣ ਗੱਲ ਕਰਾਂਗੇ ਜ਼ੂਮ ਸਲਾਈਡਰ ਦੀ। ਜ਼ੂਮ ਸਲਾਈਡਰ ਵੀਊ ਆਪਸ਼ਨ ਦੇ ਸੱਜੇ ਪਾਸੇ ਜਿਵੇਂ ਕਿ ਦੇਖ ਪਾ ਰਹੇ ਹੋ ਤੇ ਜ਼ੂਮ ਸਲਾਈਡਰ ਨੂੰ ਦਰਸਾ ਰਿਹਾ ਹੈ। ਸੋ ਜ਼ੂਮ ਸਲਾਈਡਰ ਦੇ ਵਿੱਚ ਪਹਿਲਾਂ ਆਪਾਂ ਗੱਲ ਕਰਾਂਗੇ ਜ਼ੂਮ ਸਲਾਈਡਰ ਦੀ ਵਰਤੋਂ ਆਪਾਂ ਕਿਉਂ ਕਰਦੇ ਹਾਂ। ਜ਼ੂਮ ਸਲਾਈਡਰ ਦੀ ਵਰਤੋਂ ਅਸੀਂ ਆਪਣੀ ਸਲਾਈਡ ਨੂੰ ਛੋਟਾ ਜਾਂ ਵੱਡਾ ਕਰਕੇ ਦੇਖਣ ਲਈ ਕਰਦੇ ਹਾਂ। ਤੇ ਇਸ ਵਿੱਚ ਜਿਹੜਾ ਖੱਬੇ ਪਾਸੇ ਜ਼ੂਮ ਆਊਟ ਬਟਨ ਹੈ, ਜਦੋਂ ਅਸੀਂ ਇਸ ਤੇ ਕਲਿੱਕ ਕਰਾਂਗੇ ਤੇ ਸਕਰੀਨ ਛੋਟੀ ਹੁੰਦੀ ਨਜ਼ਰ ਆ ਰਹੀ ਹੈ। ਸੋ ਇਸ ਤਰ੍ਹਾਂ ਦੇ ਨਾਲ ਜਿਵੇਂ ਅਸੀਂ ਸੱਜੇ ਪਾਸੇ ਲੱਗੇ ਪਲੱਸ ਬਟਨ ਤੇ ਕਲਿੱਕ ਕਰਾਂਗੇ, ਹੁਣ ਇਹ ਜ਼ੂਮ ਇਨ ਹੋਣਾ ਸ਼ੁਰੂ ਹੋ ਗਿਆ। ਤਾਂ ਅਸੀਂ ਇਸ ਨੂੰ ਜ਼ੂਮ ਇਨ ਕਰਕੇ ਲਾਗਿਆਂ ਦੀ ਜਾਂ ਨੇੜਿਆਂ ਦੀ ਇਸ ਸਲਾਈਡ ਨੂੰ ਵੇਖ ਸਕਦੇ ਹਾਂ। ਸੋ ਇਹਨਾਂ ਮਾਈਨਸ ਜਾਂ ਪਲੱਸ ਦੇ ਤੋਂ ਇਲਾਵਾ ਤੁਸੀਂ ਜਿਹੜਾ ਵਿਚਕਾਰ ਜਿਹੜਾ ਤੁਹਾਨੂੰ ਇੱਕ ਕਰਸਰ 'ਚ ਲੱਭ ਰਿਹਾ ਹੈ, ਇਸ ਕਰਸਰ ਤੇ ਕਲਿੱਕ ਕਰਕੇ ਵੀ ਤੁਸੀਂ ਜ਼ੂਮ ਇਨ ਜਾਂ ਜ਼ੂਮ ਆਊਟ ਕਰ ਸਕਦੇ ਹੋ। ਸੋ ਇਹ ਸੀਗਾ ਸਾਡੇ ਕੋਲ ਜ਼ੂਮ ਸਲਾਈਡਰ, ਜਿਸ ਦੇ ਰਾਹੀਂ ਅਸੀਂ ਆਪਣੀ ਸਲਾਈਡ ਨੂੰ ਜ਼ੂਮ ਇਨ ਜਾਂ ਜ਼ੂਮ ਆਊਟ ਕਰਕੇ ਵੇਖ ਸਕਦੇ ਹਾਂ। ਸੋ ਹੁਣ ਅਸੀਂ ਮਾਈਕਰੋਸਾਫਟ ਪਾਵਰ ਪੁਆਇੰਟ ਭਾਗ 2 ਪਾਠ ਦਾ ਅਭਿਆਸ ਕਰਾਂਗੇ, ਜਿਸ ਵਿੱਚ ਸਭ ਤੋਂ ਪਹਿਲਾਂ ਸਾਡੇ ਕੋਲ ਖਾਲੀ ਥਾਂ ਭਰੋ। ਸਾਡੇ ਕੋਲ ਪਹਿਲੀ ਖਾਲੀ ਥਾਂ ਹੈ ਡੈਸ਼ ਸਲਾਈਡ ਉੱਪਰ ਵੱਖ-ਵੱਖ ਤੱਤਾਂ ਦੇ ਡਿਜ਼ਾਈਨ ਅਤੇ ਪਲੇਸਮੈਂਟ ਨੂੰ ਪਰਿਭਾਸ਼ਿਤ ਕਰਦਾ ਹੈ। ਸਾਡੇ ਕੋਲ ਇਸ ਦੇ ਆਪਸ਼ਨ ਹੈ ਬੈਕਗਰਾਉਂਡ ਸਟਾਈਲ, ਪਲੇਸ ਹੋਲਡਰ, ਸਲਾਈਡ ਲੇਆਊਟ ਤੇ ਲਾਸਟ ਸਾਡੇ ਕੋਲ ਹੈ ਪੈਟਰਨ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਸਲਾਈਡ ਲੇਆਊਟ ਸਲਾਈਡ ਉੱਪਰ ਵੱਖ-ਵੱਖ ਤੱਤਾਂ ਦੇ ਡਿਜ਼ਾਈਨ ਅਤੇ ਪਲੇਸਮੈਂਟ ਨੂੰ ਪਰਿਭਾਸ਼ਿਤ ਕਰਦਾ ਹੈ। ਦੂਸਰੀ ਸਾਡੇ ਕੋਲ ਖਾਲੀ ਥਾਂ ਹੈ ਇੱਕ ਡੈਸ਼ 2 ਜਾਂ 2 ਤੋਂ ਵਧੇਰੇ ਰੰਗਾਂ ਦਾ ਮਿਸ਼ਰਣ ਹੁੰਦਾ ਹੈ ਜੋ ਕਿ ਇੱਕ ਦੂਜੇ ਦੇ ਵਿੱਚ ਮਰਜ ਹੋ ਜਾਂਦੇ ਹਨ। ਸਾਡੇ ਕੋਲ ਇਸ ਦਾ ਸਹੀ ਉੱਤਰ ਹੈ ਪੈਟਰਨ। ਇੱਕ ਪੈਟਰਨ 2 ਜਾਂ 2 ਤੋਂ ਵਧੇਰੇ ਰੰਗਾਂ ਦਾ ਮਿਸ਼ਰਣ ਹੁੰਦਾ ਹੈ ਜੋ ਇੱਕ ਦੂਜੇ ਵਿੱਚ ਮਰਜ ਹੋ ਜਾਂਦੇ ਹਨ। ਤੀਸਰੀ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਡਿਫਾਲਟ ਵਿਊ ਹੈ, ਜਿੱਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜ਼ਾਈਨ ਕਰਦੇ ਹਾਂ। ਸਾਡੇ ਕੋਲ ਇਸਦੇ ਆਪਸ਼ਨ ਹੈ ਨਾਰਮਲ ਵਿਊ, ਸਲਾਈਡ ਸੌਰਟਰ ਵਿਊ ਜਾਂ ਰੀਡਿੰਗ ਵਿਊ। ਤਾਂ ਸਾਡੇ ਕੋਲ ਇਸਦਾ ਸਹੀ ਉੱਤਰ ਹੈ ਨਾਰਮਲ ਵਿਊ। ਡਿਫਾਲਟ ਵਿਊ ਹੈ ਜਿੱਥੇ ਅਸੀਂ ਆਪਣੀਆਂ ਸਲਾਈਡਾਂ ਬਣਾਉਂਦੇ, ਐਡਿਟ ਕਰਦੇ ਅਤੇ ਡਿਜ਼ਾਈਨ ਕਰਦੇ ਹਾਂ। ਅੱਗੇ ਸਾਡੇ ਕੋਲ ਚੌਥੀ ਖਾਲੀ ਥਾਂ ਹੈ ਪਾਵਰ ਪੁਆਇੰਟ 2010 ਵਿੱਚ ਡੈਸ਼ ਡਿਫਾਲਟ ਸਲਾਈਡ ਬੈਕਗਰਾਉਂਡ ਸਟਾਈਲ ਉਪਲਬਧ ਹਨ। ਤਾਂ ਸਾਡੇ ਕੋਲ ਇਸ ਦੇ ਆਪਸ਼ਨ ਨੇ 48, 4, 12 ਜਾਂ 3। ਸਾਡੇ ਕੋਲ ਇਸਦਾ ਸਹੀ ਉੱਤਰ ਹੈ
PowerPoint 2010 ਵਿੱਚ 12 ਡਿਫਾਲਟ ਸਲਾਈਡ ਬੈਕਗ੍ਰਾਉਂਡ ਸਟਾਈਲ ਉਪਲਬਧ ਹਨ। ਪੰਜਵੀਂ ਸਾਡੇ ਕੋਲ ਖਾਲੀ ਥਾਂ ਹੈ ਡੈਸ਼ ਕੰਟਰੋਲ ਸਲਾਈਡ ਕੰਟੈਂਟ ਨੂੰ ਨੇੜੇ ਤੋਂ ਦੇਖਣ ਲਈ ਸਾਨੂੰ ਜ਼ੂਮ ਇਨ ਕਰਨ ਦੀ ਆਗਿਆ ਦਿੰਦਾ ਹੈ। ਸਾਡੇ ਕੋਲ ਜੇ ਆਪਸ਼ਨ ਹੈ ਜ਼ੂਮ, ਸਲਾਈਡ, ਨਾਰਮਲ ਵਿਊ ਜਾਂ ਗ੍ਰੇਡੀਐਂਟ। ਸਾਡੇ ਕੋਲ ਸਹੀ ਉੱਤਰ ਹੈ ਜ਼ੂਮ ਕੰਟਰੋਲ ਸਲਾਈਡ ਕੰਟੈਂਟ ਨੂੰ ਨੇੜੇ ਤੋਂ ਦੇਖਣ ਲਈ ਸਾਨੂੰ ਜ਼ੂਮ ਇਨ ਕਰਨ ਦੀ ਆਗਿਆ ਦਿੰਦਾ ਹੈ। ਸੋ ਅੱਗੇ ਸਾਡੇ ਕੋਲ ਬਹੁਤ ਛੋਟੇ ਉੱਤਰ ਵਾਲੇ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਇੱਕ ਨਵੀਂ ਸਲਾਈਡ ਦਾਖਲ ਕਰਨ ਦੀ ਸ਼ਾਰਟਕਟ ਕੀ ਲਿਖੋ। ਸਾਡੇ ਕੋਲ ਸਹੀ ਉੱਤਰ ਹੈ Ctrl+M। ਦੂਸਰਾ ਹੈ ਇੱਕ ਨਵੀਂ ਪ੍ਰੈਜੈਂਟੇਸ਼ਨ ਫਾਈਲ ਬਣਾਉਣ ਦੀ ਸ਼ਾਰਟਕਟ ਕੀ ਲਿਖੋ। ਅੱਜ ਸਾਡੇ ਕੋਲ ਸਹੀ ਉੱਤਰ ਹੈ Ctrl+N। ਤੀਸਰਾ ਹੈ ਸਲਾਈਡ ਉੱਪਰ ਟੈਕਸਟ ਨੂੰ ਫਾਰਮੈਟ ਕਰਨ ਲਈ ਕਿਹੜੀ ਟੈਬ ਦੀ ਵਰਤੋਂ ਕੀਤੀ ਜਾਂਦੀ ਹੈ। ਸਾਡੇ ਕੋਲ ਸਹੀ ਉੱਤਰ ਹੈ ਹੋਮ ਟੈਬ। ਅੱਗੇ ਚੌਥਾ ਪ੍ਰਸ਼ਨ ਹੈ ਕਿਹੜਾ ਪਾਵਰਪੁਆਇੰਟ ਵਿਊ ਦਰਸ਼ਕਾਂ ਅੱਗੇ ਪ੍ਰੈਜੈਂਟੇਸ਼ਨ ਪੇਸ਼ ਕਰਨ ਲਈ ਵਰਤਿਆ ਜਾਂਦਾ ਹੈ। ਤਾਂ ਸਾਡੇ ਕੋਲ ਸਹੀ ਉੱਤਰ ਹੈ ਸਲਾਈਡ ਸ਼ੋ ਵਿਊ। ਪੰਜਵਾਂ ਹੈ ਪਾਵਰਪੁਆਇੰਟ ਵਿੱਚ ਕਿਹੜੀ ਬਾਰ ਵਿੱਚ ਵਿਊ ਬਟਨ ਅਤੇ ਜ਼ੂਮ ਸਲਾਈਡਰ ਮੌਜੂਦ ਹੁੰਦੇ ਹਨ। ਤਾਂ ਸਾਡੇ ਕੋਲ ਇਸਦਾ ਉੱਤਰ ਹੈ ਸਟੇਟਸ ਬਾਰ। ਅੱਗੇ ਸਾਡੇ ਕੋਲ ਛੋਟੇ ਉੱਤਰ ਵਾਲੇ ਪ੍ਰਸ਼ਨ ਹੈ, ਜਿਸ ਵਿੱਚ ਪਹਿਲਾ ਪ੍ਰਸ਼ਨ ਹੈ ਪਾਵਰਪੁਆਇੰਟ ਵਿੱਚ ਫਾਈਲ ਟੈਬ ਦੀ ਮਦਦ ਨਾਲ ਨਵੀਂ ਪ੍ਰੈਜੈਂਟੇਸ਼ਨ ਫਾਈਲ ਬਣਾਉਣ ਦੇ ਸਟੈਪ ਲਿਖੋ। ਸੋ ਪਾਵਰਪੁਆਇੰਟ ਵਿੱਚ ਫਾਈਲ ਟੈਬ ਦੀ ਮਦਦ ਨਾਲ ਅਸੀਂ ਹੇਠ ਲਿਖੇ ਤਰੀਕਿਆਂ ਰਾਹੀਂ ਸਲਾਈਡ ਜਾਂ ਪ੍ਰੈਜੈਂਟੇਸ਼ਨ ਦਾਖਲ ਕਰ ਸਕਦੇ ਹਾਂ, ਜਿਸ ਦਾ ਪਹਿਲਾ ਪੁਆਇੰਟ ਹੈ ਫਾਈਲ ਟੈਬ ਉੱਪਰ ਕਲਿੱਕ ਕਰੋ। ਦੂਸਰਾ ਨਿਊ ਆਪਸ਼ਨ ਉੱਪਰ ਕਲਿੱਕ ਕਰੋ। ਤੀਸਰਾ ਹੈ ਬਲੈਂਕ ਪ੍ਰੈਜੈਂਟੇਸ਼ਨ ਉੱਪਰ ਕਲਿੱਕ ਕਰੋ। ਚੌਥਾ ਹੈ ਕ੍ਰੀਏਟ ਬਟਨ ਉੱਪਰ ਕਲਿੱਕ ਕਰੋ, ਜਾਂ ਆਪਣੇ ਕੀਬੋਰਡ ਤੋਂ Ctrl+N ਕੀ ਦੀ ਵਰਤੋਂ ਕਰਦੇ ਹੋਏ ਵੀ ਅਸੀਂ ਇੱਕ ਨਵੀਂ ਖਾਲੀ ਪ੍ਰੈਜੈਂਟੇਸ਼ਨ ਸ਼ਾਮਲ ਕਰ ਸਕਦੇ ਹਾਂ ਜਾਂ ਕੀਤੀ ਜਾ ਸਕਦੀ ਹੈ। ਦੂਸਰਾ ਸਾਡੇ ਕੋਲ ਪ੍ਰਸ਼ਨ ਹੈ ਪਲੇਸ ਹੋਲਡਰ ਕੀ ਹੁੰਦੇ ਹਨ। ਸੋ ਪਲੇਸ ਹੋਲਡਰ ਪ੍ਰੈਜੈਂਟੇਸ਼ਨ ਵਿੱਚ ਸਲਾਈਡ ਲੇਆਊਟ ਵਿੱਚ ਡੋਟਡ ਲਾਈਨਾਂ ਅਤੇ ਕੰਟੇਨਰ ਹੁੰਦੇ ਹਨ, ਜਿਨ੍ਹਾਂ ਵਿੱਚ ਅਸੀਂ ਕਈ ਤਰ੍ਹਾਂ ਦੇ ਕੰਟੈਂਟ ਜਿਵੇਂ ਕਿ ਟੇਬਲ, ਚਾਰਟ, ਤਸਵੀਰਾਂ, ਕਲਿੱਪ ਆਰਟ ਆਦਿ ਦਾਖਲ ਕਰ ਸਕਦੇ ਹਾਂ। ਤੀਸਰਾ ਪ੍ਰਸ਼ਨ ਹੈ ਥੀਮਸ ਕੀ ਹੁੰਦੇ ਹਨ। ਸੋ ਥੀਮ ਪਹਿਲਾਂ ਤੋਂ ਹੀ ਪਰਿਭਾਸ਼ਿਤ ਕੀਤੇ ਹੋਏ ਫੌਂਟ ਅਤੇ ਵਿਜ਼ੂਅਲ ਇਫੈਕਟ ਦਾ ਸਮੂਹ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੀ ਪ੍ਰੈਜੈਂਟੇਸ਼ਨ ਨੂੰ ਪ੍ਰੋਫੈਸ਼ਨਲ ਦਿਖਣ ਵਾਲੀ ਪ੍ਰੈਜੈਂਟੇਸ਼ਨ ਵਾਂਗ ਦਰਸਾ ਸਕਦੇ ਹਾਂ। ਥੀਮ ਦੀ ਵਰਤੋਂ ਕਰਨ ਨਾਲ ਸਾਡੀ ਪ੍ਰੈਜੈਂਟੇਸ਼ਨ ਆਕਰਸ਼ਕ ਅਤੇ ਇਕਸਾਰ ਨਜ਼ਰ ਆਉਂਦੀ ਹੈ। ਚੌਥਾ ਪ੍ਰਸ਼ਨ ਹੈ ਪਾਵਰਪੁਆਇੰਟ ਵਿੰਡੋ ਦੇ ਸਟੇਟਸ ਬਾਰ ਵਿੱਚ ਮੌਜੂਦ ਵਿਊ ਬਟਨ ਦਾ ਨਾਮ ਲਿਖੋ। ਸੋ ਪਾਵਰਪੁਆਇੰਟ ਵਿੰਡੋ ਦੇ ਸਟੇਟਸ ਬਾਰ ਵਿੱਚ ਮੌਜੂਦ ਵਿਊ ਬਟਨ ਦਾ ਨਾਮ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਨਾਰਮਲ ਵਿਊ, ਦੂਸਰਾ ਸਲਾਈਡ ਸੌਰਟਰ ਵਿਊ, ਤੀਸਰਾ ਰੀਡਿੰਗ ਵਿਊ ਅਤੇ ਚੌਥਾ ਸਲਾਈਡ ਸ਼ੋ ਵਿਊ। ਅੱਗੇ ਸਾਡੇ ਕੋਲ ਪੰਜਵਾਂ ਪ੍ਰਸ਼ਨ ਹੈ ਗ੍ਰੇਡੀਐਂਟ ਫਿਲ ਕੀ ਹੈ। ਸੋ ਇੱਕ ਗ੍ਰੇਡੀਐਂਟ ਦੋ ਜਾਂ ਦੋ ਤੋਂ ਵਧੇਰੇ ਰੰਗਾਂ ਦਾ ਸੁਮੇਲ ਹੁੰਦਾ ਹੈ ਜੋ ਕਿ ਆਪਸ ਵਿੱਚ ਰਲ ਮਿਲ ਜਾਂਦੇ ਹਨ। ਸੋ ਗ੍ਰੇਡੀਐਂਟ ਫਿਲ ਆਪਸ਼ਨ ਗ੍ਰੇਡੀਐਂਟ ਨੂੰ ਇੱਕ ਸਲਾਈਡ ਬੈਕਗ੍ਰਾਉਂਡ ਦੇ ਰੂਪ ਵਿੱਚ ਲਾਗੂ ਕਰਨ ਲਈ ਵਰਤਿਆ ਜਾਂਦਾ ਹੈ। ਅੱਗੇ ਸਾਡੇ ਕੋਲ ਛੇਵਾਂ ਪ੍ਰਸ਼ਨ ਹੈ ਫਾਰਮੈਟ ਬੈਕਗ੍ਰਾਉਂਡ ਡਾਇਲੌਗ ਬਾਕਸ ਦੇ ਫਿਲ ਪੈਨ ਵਿੱਚ ਕਿਹੜੀਆਂ ਆਪਸ਼ਨ ਮੌਜੂਦ ਹੁੰਦੀਆਂ ਹਨ। ਸੋ ਫਾਰਮੈਟ ਬੈਕਗ੍ਰਾਉਂਡ ਡਾਇਲੌਗ ਬਾਕਸ ਦੇ ਫਿਲ ਪੈਨ ਵਿੱਚ 4 ਆਪਸ਼ਨ ਮੌਜੂਦ ਹੁੰਦੀਆਂ ਹਨ, ਜਿਸ ਵਿੱਚ ਪਹਿਲਾ ਹੈ ਸੋਲਿਡ ਫਿਲ, ਦੂਸਰਾ ਗ੍ਰੇਡੀਐਂਟ ਫਿਲ, ਤੀਸਰਾ ਪਿਕਚਰ ਔਰ ਟੈਕਸਚਰ ਫਿਲ ਅਤੇ ਚੌਥਾ ਹੈ ਪੈਟਰਨ ਫਿਲ। ਅੱਗੇ ਸਾਡੇ ਕੋਲ ਹੈ ਵੱਡੇ ਉੱਤਰਾਂ ਵਾਲੇ ਪ੍ਰਸ਼ਨ, ਜਿਸ ਵਿੱਚ ਸਾਡੇ ਕੋਲ ਪਹਿਲਾ ਪ੍ਰਸ਼ਨ ਹੈ ਸਲਾਈਡ ਦੀ ਦਿੱਖ ਨੂੰ ਬਦਲਣ ਦੇ ਵੱਖ-ਵੱਖ ਤਰੀਕਿਆਂ ਦਾ ਵਿਸਤਾਰ ਵਿੱਚ ਵਰਣਨ ਕਰੋ। ਸੋ ਸਲਾਈਡ ਦੀ ਦਿੱਖ ਨੂੰ ਬਦਲਣ ਲਈ ਸਾਡੇ ਕੋਲ 2 ਤਰੀਕੇ ਹਨ, ਜਿਸ ਵਿੱਚ ਪਹਿਲਾ ਹੈ ਥੀਮ ਬਦਲਣਾ। ਸੋ ਥੀਮ ਪਹਿਲਾਂ ਤੋਂ ਹੀ ਪਰਿਭਾਸ਼ਿਤ ਕੀਤੇ ਗਏ ਫੌਂਟ ਅਤੇ ਵਿਜ਼ੂਅਲ ਇਫੈਕਟ ਦਾ ਸਮੂਹ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਕਰਕੇ ਅਸੀਂ ਆਪਣੀ ਪ੍ਰੈਜੈਂਟੇਸ਼ਨ ਨੂੰ ਪ੍ਰੋਫੈਸ਼ਨਲ ਦਿਖਣ ਵਾਲੀ ਪ੍ਰੈਜੈਂਟੇਸ਼ਨ ਵਾਂਗ ਦਰਸਾ ਸਕਦੇ ਹਾਂ। ਥੀਮ ਦੀ ਵਰਤੋਂ ਕਰਨ ਨਾਲ ਸਾਡੀ ਪ੍ਰੈਜੈਂਟੇਸ਼ਨ ਆਕਰਸ਼ਕ ਅਤੇ ਇਕਸਾਰ ਨਜ਼ਰ ਆਉਂਦੀ ਹੈ। ਅਤੇ ਇਸਦਾ ਦੂਸਰਾ ਤਰੀਕਾ ਹੈ ਬੈਕਗ੍ਰਾਉਂਡ ਸਟਾਈਲ ਬਦਲਣਾ। ਸੋ ਬੈਕਗ੍ਰਾਉਂਡ ਤਸਵੀਰਾਂ ਜਾਂ ਡਿਜ਼ਾਈਨ ਐਲੀਮੈਂਟਸ ਹੁੰਦੇ ਨੇ, ਜਿਨ੍ਹਾਂ ਨੂੰ ਸਲਾਈਡ ਵਿੱਚ ਟੈਕਸਟ, ਚਾਰਟ, ਚਿੱਤਰ ਆਦਿ ਦੇ ਪਿਛਲੇ ਪਾਸੇ ਲਗਾਇਆ ਜਾਂਦਾ ਹੈ। ਸੋ ਬੈਕਗ੍ਰਾਉਂਡ ਸਟਾਈਲ ਥੀਮ ਕਲਰ ਦੇ ਆਧਾਰ ਤੇ ਫਿਲ ਵੇਰੀਏਸ਼ਨ ਹੁੰਦੀਆਂ ਹਨ, ਜੋ ਕਿ ਥੀਮ ਨੂੰ ਬਦਲਣ ਤੇ ਬੈਕਗ੍ਰਾਉਂਡ ਸਟਾਈਲ ਨੂੰ ਵੀ ਨਵੇਂ ਸਿਲੈਕਟ ਕੀਤੇ ਹੋਏ ਥੀਮ ਦੇ ਰੰਗਾਂ ਦੇ ਆਧਾਰ ਤੇ ਅਪਡੇਟ ਕਰ ਦਿੰਦੇ ਹਨ। ਦੂਸਰਾ ਸਾਡੇ ਕੋਲ ਵੱਡਾ ਪ੍ਰਸ਼ਨ ਹੈ ਸਲਾਈਡ ਲੇਆਊਟ ਕੀ ਹੈ। ਤੁਸੀਂ ਪਾਵਰਪੁਆਇੰਟ ਵਿੱਚ ਸਲਾਈਡ ਦੇ ਲੇਆਊਟ ਨੂੰ ਕਿਵੇਂ ਬਦਲੋਗੇ। ਸੋ ਸਲਾਈਡ ਲੇਆਊਟ ਦਰਸਾਉਂਦਾ ਹੈ ਕਿ ਅਸੀਂ ਆਪਣੀ ਸਲਾਈਡ ਵਿੱਚ ਵੱਖ-ਵੱਖ ਤੱਤਾਂ ਦੇ ਡਿਜ਼ਾਈਨ ਅਤੇ ਉਸ ਦੀ ਪਲੇਸਮੈਂਟ ਨੂੰ ਨਿਰਧਾਰਿਤ ਕਰ ਸਕਦੇ ਹਾਂ। ਸਲਾਈਡ ਲੇਆਊਟ ਦੀ ਮਦਦ ਨਾਲ ਅਸੀਂ ਆਪਣਾ ਮਨਪਸੰਦ ਆਬਜੈਕਟ ਦਾਖਲ ਕਰਨ ਲਈ ਸੰਬੰਧਿਤ ਲੇਆਊਟ ਦੀ ਚੋਣ ਕਰਕੇ ਦਾਖਲ ਕਰ ਸਕਦੇ ਹਾਂ। ਅੱਗੇ ਸਾਡੇ ਕੋਲ ਸਲਾਈਡ ਲੇਆਊਟ ਬਦਲਣ ਦੇ ਸਟੈਪਸ ਨੇ, ਜਿਸ ਵਿੱਚ ਪਹਿਲਾ ਸਟੈਪ ਹੈ ਉਸ ਸਲਾਈਡ ਦੀ ਚੋਣ ਕਰੋ ਜਿਸ ਦਾ
ਲੇਆਊਟ ਤੁਸੀਂ ਬਦਲਣਾ ਚਾਹੁੰਦੇ ਹੋ। ਦੂਸਰਾ ਪੁਆਇੰਟ ਹੈ ਹੋਮ ਟੈਬ ਦੇ ਸਲਾਈਡ ਗਰੁੱਪ ਵਿੱਚ ਮੌਜੂਦ ਲੇਆਊਟ ਡ੍ਰੌਪ ਡਾਊਨ ਮੈਨੂ ਤੇ ਕਲਿੱਕ ਕਰੋ। ਤੀਸਰਾ ਪੁਆਇੰਟ ਹੈ ਆਪਣੀ ਜ਼ਰੂਰਤ ਅਨੁਸਾਰ ਲੇਆਊਟ ਦੀ ਚੋਣ ਕਰੋ। ਅੱਗੇ ਸਾਡੇ ਕੋਲ ਤੀਸਰਾ ਪ੍ਰਸ਼ਨ ਹੈ ਪਾਵਰ ਪੁਆਇੰਟ ਦੀਆਂ ਸਲਾਈਡ ਵਿਊ ਆਪਸ਼ਨ ਦਾ ਵਰਣਨ ਕਰੋ। ਸੋ ਪਾਵਰ ਪੁਆਇੰਟ ਦੀਆਂ ਸਲਾਈਡ ਵਿਊ ਆਪਸ਼ਨ ਹੇਠ ਲਿਖੇ ਅਨੁਸਾਰ ਹਨ। ਸਭ ਤੋਂ ਪਹਿਲਾ ਹੈ ਨਾਰਮਲ ਵਿਊ। ਇਹ ਪਾਵਰ ਪੁਆਇੰਟ ਦਾ ਡਿਫਾਲਟ ਵਿਊ ਹੈ। ਇਸ ਵਿਊ ਵਿੱਚ ਅਸੀਂ ਆਪਣੀ ਸਲਾਈਡ ਨੂੰ ਦਾਖਲ, ਡਿਜ਼ਾਈਨ ਅਤੇ ਐਡਿਟ ਕਰ ਸਕਦੇ ਹਾਂ। ਇਸ ਵਿਊ ਦੇ 3 ਵਰਕ ਏਰੀਆ ਹੁੰਦੇ ਹਨ। ਖੱਬਾ ਖੇਤਰ ਸਲਾਈਡ ਟੈਬ ਦੇ ਨਾਲ, ਸੱਜਾ ਖੇਤਰ ਸਲਾਈਡ ਪੈਨ ਵਾਲਾ ਅਤੇ ਹੇਠਲਾ ਖੇਤਰ ਨੋਟਸ ਪੈਨ ਵਾਲਾ। ਦੂਸਰਾ ਹੈ ਸਲਾਈਡ ਸੌਰਟਰ ਵਿਊ। ਇਹ ਵਿਊ ਥੰਬਨੇਲ ਰੂਪ ਵਿੱਚ ਪ੍ਰੈਜੈਂਟੇਸ਼ਨ ਸਲਾਈਡਾਂ ਨੂੰ ਦਰਸਾਉਂਦਾ ਹੈ। ਸਲਾਈਡ ਸੌਰਟਰ ਵਿਊ ਪ੍ਰੈਜੈਂਟੇਸ਼ਨ ਦੀ ਸਮੁੱਚੀ ਤਸਵੀਰ ਪੇਸ਼ ਕਰਦਾ ਹੈ, ਜਿਸ ਨਾਲ ਤਸਵੀਰਾਂ ਨੂੰ ਰੀਆਰਡਰ ਕਰਨਾ, ਦਾਖਲ ਕਰਨਾ ਜਾਂ ਉਹਨਾਂ ਨੂੰ ਮਿਟਾਉਣਾ ਸੌਖਾ ਹੋ ਜਾਂਦਾ ਹੈ। ਤੀਸਰਾ ਸਾਡੇ ਕੋਲ ਦਾ ਵਿਊ ਹੈ ਰੀਡਿੰਗ ਵਿਊ। ਇਹ ਵਿਊ ਸਾਡੀ ਪ੍ਰੈਜੈਂਟੇਸ਼ਨ ਦੇ ਪ੍ਰੀਵਿਊ ਨਾਲ ਕੰਪਿਊਟਰ ਸਕਰੀਨ ਦੇ ਜ਼ਿਆਦਾਤਰ ਹਿੱਸੇ ਨੂੰ ਭਰ ਦਿੰਦਾ ਹੈ। ਇਹ ਵਿਊ ਆਸਾਨ ਤਰੀਕੇ ਨਾਲ ਵਰਤੇ ਜਾ ਸਕਣ ਵਾਲੇ ਕੁਝ ਨੈਵੀਗੇਸ਼ਨ ਬਟਨ ਦਿਖਾਉਂਦਾ ਹੈ, ਜੋ ਕਿ ਸਕਰੀਨ ਦੇ ਹੇਠਲੇ ਸੱਜੇ ਪਾਸੇ ਸਥਿਤ ਹੁੰਦੇ ਹਨ। ਚੌਥਾ ਸਾਡੇ ਕੋਲ ਹੈ ਸਲਾਈਡ ਸ਼ੋ ਵਿਊ। ਅਸੀਂ ਆਪਣੀ ਪ੍ਰੈਜੈਂਟੇਸ਼ਨ ਨੂੰ ਦਰਸ਼ਕਾਂ ਅੱਗੇ ਪੇਸ਼ ਕਰਨ ਲਈ ਸਲਾਈਡ ਸ਼ੋ ਦੀ ਵਰਤੋਂ ਕਰਦੇ ਹਾਂ। ਸਲਾਈਡ ਸ਼ੋ ਵਿਊ ਇੱਕ ਵਾਧੂ ਮੈਨੂ ਹੁੰਦਾ ਹੈ, ਜੋ ਕਿ ਉਸ ਸਮੇਂ ਦਿਖਾਈ ਦਿੰਦਾ ਹੈ ਜਦੋਂ ਅਸੀਂ ਉਸ ਉੱਪਰ ਮਾਊਸ ਘੁਮਾਉਂਦੇ ਹਾਂ ਜਾਂ ਹੋਵਰ ਕਰਦੇ ਹਾਂ। ਸੋ ਬੱਚਿਓ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਇਸ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ। ਧੰਨਵਾਦ।